ਵਾਹਿਗੁਰੂ 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 ਸਾਹਿਬ ਜੀਓ। कबीर सेवा को दुए भले, एक संत एक राम। राम जो दाता मुक्त को, संत जपावै नाम। संत शरण जो जन परै, सो जन उदरनहार। संत की निंदा नानका, बहुर बहुर अवतार। कन हर बूंद बसुर मावल, कुसुम बसंत गणंत न आवै। रव सस किरण उदर सागर को, गंग तरंग अंत को पावै। रुद्र ध्यान ज्ञान सतगुर के, कब जन भल उन्ह जो गावै। भले अमरदास गुण तेरे, तेरी उपमा तोहे बण आवै। भले अमरदास गुण तेरे, तेरी उपमा तोहे बण आवै। वाहिगुरु जी का खालसा, वाहिगुरु जी की फतेह। गुरु के सिखो, इन्ना पंध करके आए जे ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਸੁੱਕਣੇ ਪਾਇਆ। 100 ਤੋਂ ਵੱਧ ਡੀਜ਼ਲ ਦਾ ਰੇਟ ਫੂਕ ਕੇ ਆਏਗੇ। ਫਤਿਹ ਤੁਸੀਂ ਢਿੱਲੀ ਬਣਾਉਂਦੇ ਜੇ, ਚੱਕਰ ਸਾਰਾ ਪਵੇਗਾ। ਉੱਚੀ ਦੇਣੀ ਫਤਿਹ ਬੁਲਾਇਓ, ਮੈਂ ਫਿਰ ਬੁਲਾਵਾਂਗਾ। ਏਡੀ ਦੂਰੋਂ ਆਏ ਜੇ, ਹਾਜ਼ਰੀ ਗੱਜ ਵੱਜ ਕੇ ਲੱਗਣੀ ਚਾਹੀਦੀ ਹੈ। ਤੁਸੀਂ ਮਰਦ ਹੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸੁਪੁੱਤਰ ਹੋ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਖਾਲਸਾ ਕਦੇ ਗਲ ਵਿੱਚ ਫਤਿਹ ਨਹੀਂ ਬੁਲਾਉਂਦਾ, ਕਦੇ ਅੰਦਰ ਫਤਿਹ ਨਹੀਂ ਬੁਲਾਉਂਦਾ। ਤੁਹਾਨੂੰ ਤਾਂ ਬੋਝ ਲੱਗਦਾ ਹੈ, ਪਤਾ ਨਹੀਂ ਕਿੱਡਾ ਕੁ ਬੋਝ ਹੈ ਜਿਹੜਾ ਬੋਝ ਤੁਹਾਡੇ ਤੇ ਸਰਕਾਰਾਂ ਪਾਉਣ ਲੱਗੀਆਂ ਨੇ। ਗੁਰੂ ਕੇ ਸਿੱਖੋ, ਜੇ ਕਿਤੇ ਤੁਹਾਡੀ ਫਤਿਹ ਦੀ ਆਵਾਜ਼ ਗਰਜਣੀ ਨਾ ਆਈ, ਵੇਖਿਓ ਬਣਦਾ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਤੁਸੀਂ ਪੰਧ ਕਰਕੇ ਆਏ ਹੋ। ਜੀਓ ਆਇਆਂ ਨੂੰ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ। ਜਦੋਂ ਅਸੀਂ ਕਿਸੇ ਵੱਡੇ ਦੇ ਘਰ ਆ ਕਰਕੇ ਝੁਕਦੇ ਹਾਂ, ਦੋ ਚੀਜ਼ਾਂ ਨਾਲ ਸਾਡੀ ਝੋਲੀ ਭਰੀ ਜਾਂਦੀ ਹੈ। ਇੱਕ ਸਾਡੇ ਅੰਦਰ ਨਾਮ ਦਾ ਕਿਣਕਾ ਚੱਲ ਜਾਂਦਾ ਹੈ, ਦੂਜੀ ਸਾਡੇ ਅੰਦਰ ਅਣਖ ਪੈਦਾ ਹੋ ਜਾਂਦੀ ਹੈ। ਅਣਖ ਬੜੀ ਵੱਡੀ ਚੀਜ਼ ਹੈ। ਜਦੋਂ ਅਣਖ ਦੀ ਗੱਲ ਕਰਦੇ ਹਾਂ, ਸੰਤਾਂ ਦਾ ਪੜਾਇਆ ਦ੍ਰਿਸ਼ਟਾਂਤ ਸਾਡੇ ਗਾੜੀ ਆਉਂਦਾ ਹੈ। ਭਾਵੇਂ ਅੱਜ ਉਸ ਤਤ ਬੇਤੇ, ਰੱਬ ਦੇ ਪਿਆਰੇ ਬੰਦਗੀ ਵਾਲੇ ਧੰਨ ਬਾਬਾ ਤਾਰਾ ਸਿੰਘ ਜੀਆਂ ਦੇ ਜਨਮ ਦਿਹਾੜੇ ਨੂੰ ਮਨਾਉਣ ਵਾਸਤੇ ਤੁਸੀਂ ਇੱਥੇ ਇਕੱਤਰ ਹੋਏ ਹੋ। ਵੱਡੇ ਭਾਗਾਂ ਵਾਲੇ ਹੋ। ਗੁਰੂ ਕੇ ਸਿੱਖੋ, ਗੱਲ ਜੇ ਤਾਂ ਪੂਰੀ ਧਿਆਨ ਨਾਲ ਸੁਣੋਗੇ ਤੁਹਾਡੇ ਸਮਝ ਆਵੇਗੀ, ਕਿਉਂਕਿ ਸ਼ੋਰ ਸ਼ਰਾਬਾ ਜ਼ਿਆਦਾ ਹੈ। ਕੁਝ ਪੱਖਿਆਂ ਦਾ ਸ਼ੋਰ ਸ਼ਰਾਬਾ ਹੈ, ਕੁਝ ਅਜੇ ਸਾਡਾ ਮਨ ਟਿਕਾ ਵਿੱਚ ਨਹੀਂ ਆਇਆ, ਤੇ ਕਿਸੇ ਦਾ ਪਕੌੜਿਆਂ ਤੋਂ ਥੋੜ੍ਹਾ ਜਿਹਾ ਮਨ ਘੱਟ ਰਹਿ ਗਿਆ, ਤੇ ਨਾਲ ਦੇ ਨੂੰ ਕਹਿੰਦਾ ਵੀ ਥੋੜ੍ਹੇ ਘੱਟ ਖਾ ਕੇ ਆਏ ਆ, ਪਹਿਲਾਂ ਰੱਜ ਕੇ ਆ ਕੇ ਬਹਿਣਾ। 2 ਘੰਟੇ ਤਾਂ ਨਿਕਲ ਜਾਂਦੇ। ਇਹ ਵੀ ਗੱਲ ਨਾਲ ਕਰ ਕਰੇਗੀ। ਜਦੋਂ ਅਸੀਂ ਰੱਬ ਦੇ ਘਰ ਵਿੱਚ ਆਉਂਦੇ ਹਾਂ, ਸਾਰੀਆਂ ਗੱਲਾਂ ਦਾ ਸੰਕੋਚ ਕਰਨਾ ਪੈਂਦਾ ਹੈ, ਬੜਾ ਕੁਝ ਵੇਖਣਾ ਪੈਂਦਾ ਤੇ ਬੜਾ ਕੁਝ ਜਰਨਾ ਪੈਂਦਾ ਹੈ। ਤੁਸੀਂ ਤਤ ਬੇਤਿਆਂ ਦੀ ਯਾਦ ਨੂੰ ਮਨਾਉਣ ਵਾਸਤੇ ਇੱਥੇ ਇਕੱਤਰ ਹੋਏ ਹੋ। ਸੰਤ ਕੀ ਹੈ, ਸੰਤ ਕੀ ਕਰਦਾ ਹੈ, ਸੰਤ ਦੇ ਲੱਛਣ ਕੀ ਹਨ, ਮੈਂ ਰਹਿੰਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ। ਗੁਰੂ ਕੇ ਸਿੱਖੋ, ਪਹਿਲੀ ਗੱਲ ਤਾਂ ਇਹ ਹੈ ਵੀ ਸਾਧੂ ਕਿਸੇ ਦਾ ਮਥਾਜ ਨਹੀਂ, ਨਾ ਸਾਧੂ ਤੇ ਗੁਲਾਮੀ ਦਾ ਜੂਲਾ ਆਉਂਦਾ ਜੇ, ਨਾ ਸਾਧੂ ਕਿਸੇ ਦਾ ਗੁਲਾਮ ਹੁੰਦਾ ਜੇ, ਤੇ ਨਾ ਸਾਧੂ ਗੁਲਾਮੀ ਦੀ ਜ਼ਿੰਦਗੀ ਜਿਉਂਦਾ ਜੇ। ਮੈਂ ਇੱਕ ਦ੍ਰਿਸ਼ਟਾਂਤ ਤੁਹਾਡੇ ਨਾਲ ਸਾਂਝਾ ਕਰਾਂ।
ਗੁਰੂ ਕੀਆਂ ਸਿੱਖ ਸੰਗਤਾਂ ਆ ਥੋੜੇ ਦਿਨ ਪਹਿਲਾਂ ਬਾਬੇ ਬਕਾਲੇ ਦੀ ਪਵਿੱਤਰ ਧਰਤੀ ਤੇ ਗਈਆਂ ਸਨ। ਰਖੜ ਪੁੰਨਿਆਂ ਦਾ ਮੇਲਾ ਆਇਆ। ਰਖੜ ਪੁੰਨਿਆਂ ਦਾ ਮੇਲਾ ਅੱਜ ਦਾ ਨਹੀਂ, ਤਤ ਬੇਤੇ ਜਦੋਂ ਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਕਿਰਪਾ ਕੀਤੀ ਹੈ। ਦਿਨ ਬ ਦਿਨ ਮਨਾ ਰਹੇ ਆ। ਸਾਨੂੰ ਸੰਤ ਜੀ ਪੜਾਉਂਦੇ ਸਨ। ਉਸ ਜਗ੍ਹਾ ਤੇ ਬੈਠਾ ਸੀ ਤਤ ਬੇਤਾ ਰੱਬ ਦਾ ਪਿਆਰਾ ਬਾਬਾ ਬਿਸ਼ਨ ਸਿੰਘ, ਬਾਬਾ ਬਕਾਲਾ ਵਾਲੇ ਨਿਹੰਗ ਸਿੰਘ ਸਨ। ਸਰੋਵਰ ਦੇ ਕੰਢੇ ਤੇ ਮੰਜਾ ਡੱਠਾ ਹੈ। ਮਾਸਟਰ ਜਗੀਰ ਸਿੰਘ ਤੁਸੀਂ ਜਾਣਦੇ ਹੋਗੇ, ਖਡੂਰ ਸਾਹਿਬ ਵਾਲਾ ਰਾਜਨੀਤੀ ਬੰਦਾ। ਉਹਨੇ ਕੀ ਵੇਖਿਆ, ਉਦੋਂ ਰੈਲੀਆਂ ਹੋਇਆ ਕਰਦੀਆਂ ਸਨ। ਬੇਅੰਤ ਸਿੰਘ ਦੀ ਸਰਕਾਰ ਹੈ। ਬੇਅੰਤ ਤੇ ਬੁੱਚੜ ਨੂੰ ਲੈ ਕੇ ਤੇ ਬਾਬੇ ਬਕਾਲੇ ਦੀ ਧਰਤੀ ਤੇ ਆ ਗਿਆ। ਸੰਤ ਜੀ ਬੈਠੇ ਸਨ। ਜਦੋਂ ਪਲੰਘੇ ਤੇ ਲਾਗੇ ਜਾ ਕਰਕੇ ਮਾਸਟਰ ਜਗੀਰ ਸਿੰਘ ਨੇ ਆਖਿਆ, ਬਾਬਾ ਜੀ ਪੰਜਾਬ ਦਾ ਮੁੱਖ ਮੰਤਰੀ ਆਇਆ ਹੈ। ਤੇ ਗਾੜੀਆਂ ਸਾਧੂ ਨੇ ਆਖਿਆ, ਜਾ ਲੰਗਰ ਚ ਲੈ ਜਾ, ਜਲ ਪਾਣੀ ਛਕਾ ਕੇ ਲਿਆ। ਦੂਜੀ ਵੇਰਾਂ ਫਿਰ ਕਹਿੰਦਾ, ਬਾਬਾ ਜੀ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਆਇਆ ਹੈ। ਸੰਤਾਂ ਨੇ ਕਿਹਾ, ਜਾ ਲੰਗਰ ਚ ਲੈ ਜਾ ਤੇ ਜਲ ਪਾਣੀ ਛਕਾ ਕੇ ਲਿਆ। ਜਦੋਂ ਤੀਜੀ ਵੇਰਾਂ ਆਖਿਆ, ਬਾਬਾ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਆਇਆ ਹੈ, ਤੇ ਗਾੜੀਆਂ ਬਾਬਾ ਬਿਸ਼ਨ ਸਿੰਘ ਨੇ ਆਖਿਆ, ਫਿਰ ਮੇਰੇ ਸਿਰ ਤੇ ਪਾ ਦੇ, ਮੈਂ ਕੀ ਕਰਾਂ ਜੇ ਮੁੱਖ ਮੰਤਰੀ ਆਇਆ ਤੇ। ਮੈਂ ਤੈਨੂੰ ਕਹਿਣਾ ਗੁਰੂ ਨਾਨਕ ਦੇ ਲੰਗਰਾਂ 'ਚ ਲੈ ਜਾ, ਪਹਿਲਾਂ ਪ੍ਰਸ਼ਾਦਾ ਛਕਾ ਕੇ ਲਿਆ। ਪ੍ਰਸ਼ਾਦਾ ਛਕ ਕੇ ਆਇਆ। ਰਾਜਨੀਤੀ ਬੰਦਾ ਬੇਅੰਤ ਸਿੰਘ ਜਗੀਰ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਆਂਦਾ, ਸਾਧ ਬੜੇ ਵੇਖੇ, ਆ ਪਹਿਲਾ ਸਾਧ ਹੀ ਜਿਹੜਾ ਕਿਸੇ ਦੇ ਮੁਤਾਜ ਨਹੀਂ ਹੂੰ। ਗੁਰੂ ਕੇ ਸਿੱਖੋ, ਇਹ ਮਿਲਦੀ ਕਿਵੇਂ ਹੈ? ਜਿਹਦੇ ਅੰਦਰ ਬੰਦਗੀ ਹੋਵੇ, ਇਹ ਕਣੀ ਉਹਦੇ ਅੰਦਰ ਮਿਲਦੀ ਹੈ। ਤੇ ਜਿਸ ਸੰਤ ਦੀ ਤੁਸੀਂ ਯਾਦ ਮਨਾਉਣ ਵਾਸਤੇ ਚੱਲੇ ਹੋ, ਇਹਦੇ ਕੋਲ ਪ੍ਰਤਾਪ ਸਿੰਘ ਕੈਰੋਂ ਆ ਗਿਆ। ਹੱਥ ਜੋੜ ਕੇ ਕਹਿੰਦਾ, ਬਾਬਾ ਜੀ ਸਰਿਆਲੀ ਨਗਰ ਪੈਂਦਾ ਤੇ ਮੇਰਾ ਇਹ ਇਲਾਕਾ, ਤੇ ਤੁਹਾਡੇ ਕੋਲ ਮੇਰੇ ਇਲਾਕੇ ਦੇ ਬਹੁਤ ਸਿੰਘ ਨੇ। ਮੇਰੀ ਬੇਨਤੀ ਹੈ, ਮੈਂ ਵੋਟਾਂ ਵਿੱਚ ਖਲੋਤਾ ਹਾਂ, ਤੁਸੀਂ ਕਿਰਪਾ ਕਰਕੇ ਤੇ ਜਿਹੜੇ ਸਿੰਘ ਤੁਹਾਡੇ ਕੋਲ ਰਹਿੰਦੇ ਇਹਨਾਂ ਨੂੰ ਛੁੱਟੀ ਦੇ ਕੇ ਘੱਲ ਦਿਓ, ਮੈਨੂੰ 4 ਵੋਟਾਂ ਪੈ ਜਾਣਗੀਆਂ। ਤੇ ਗਾੜੀਆਂ ਪ੍ਰਤਾਪ ਸਿੰਘ ਦੇ ਖਲੋਤਿਆਂ ਬਾਬੇ ਤਾਰਾ ਸਿੰਘ ਨੇ ਆਵਾਜ਼ ਮਾਰ ਕੇ ਆਖਿਆ ਸੇਵਾਦਾਰਾਂ ਨੂੰ, ਜਾਓ ਜਿਹੜੇ ਇਹਦੇ ਇਲਾਕੇ ਦੇ ਨੇ ਬਾਂਹ ਖੜੀ ਕਰੋ। ਉਹਦੇ ਵਿੱਚੋਂ 15 ਜਾਣਿਆਂ ਨੇ ਬਾਂਹ ਖੜੀ ਕੀਤੀ। ਬਾਬੇ ਤਾਰਾ ਸਿੰਘ ਨੇ ਆਖਿਆ ਵੀ ਜੇ ਇਹਨੂੰ ਵੋਟਾਂ ਪਾਉਣੀਆਂ ਤੇ ਕਸ਼ਹਿਰਾ ਤੌਲੀਆ ਚੁੱਕ ਕੇ ਆਪਣੇ ਘਰ ਚਲ ਜਾਓ, ਮੁੜ ਕੇ ਮੇਰੇ ਡੇਰੇ ਨਾ ਵੜਿਓ। ਇਹ ਆ ਸਾਧਾਂ ਦੀ ਗਿਣਤੀ, ਇਹ ਨਹੀਂ ਹੈ। ਗੁਰੂ ਕੇ ਸਿੱਖੋ, ਮੱਥਾ ਤੁਹਾਡਾ ਕਿੱਥੇ ਲੱਗਾ, ਕਰਤੂਤਾਂ ਅਸੀਂ ਕੀ ਕਰਦੇ ਫਿਰਦੇ ਆ। ਗੁਰੂ ਕੇ ਸਿੱਖੋ, ਜੇ ਕਿਤੇ ਗੱਲ ਦੇ ਇਸ਼ਾਰੇ ਨੂੰ ਤੁਸੀਂ ਨਾ ਸਮਝੇ, ਆਉਣ ਵਾਲੇ ਸਮੇਂ ਦੇ ਵਿੱਚ ਜੋ ਗਲਾਨੀ ਤੁਹਾਡੇ ਤੇ ਪਵੇਗੀ, ਰਹਿੰਦੀ ਦੁਨੀਆ ਤੱਕ ਇਹ ਗਲਾਨੀ ਦਾ ਪਿੰਜਰਾ ਤੁਹਾਡੇ ਸਿਰ ਤੋਂ ਉਤਰ ਨਹੀਂ ਸਕਦਾ। ਕਿਉਂਕਿ ਸਰਕਾਰਾਂ ਦੀ ਰਣਨੀਤੀ ਇਹੀ ਹੈ, ਕਿਸੇ ਨਾ ਕਿਸੇ ਵਿੱਚ ਦਬਾਇਆ ਜਾਵੇ, ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹਨਾਂ ਤੇ ਤਸ਼ੱਦਦ ਕੀਤਾ ਜਾਵੇ। ਗੁਰੂ ਕੇ ਸਿੱਖੋ, ਜਿਹੜੇ ਰੱਬ ਦੇ ਪਿਆਰੇ ਹੋਇਆ ਕਰਦੇ ਨੇ, ਬੰਦਗੀ ਵਾਲੇ ਹੋਇਆ ਕਰਦੇ, ਉਹਨਾਂ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਬੋਲ ਨੇ, ਮੰਤਰੰਗ ਰਾਮ ਨਾਮ ਨਾਮੰ ਧਿਆਨੰ ਸਰਬਤਰ ਪੂਰਨੈ ਗਿਆਨੰ ਸੰਭ ਮਿੱਤਰ ਸਤਰ ਹੈ ਭਗਵੰਤ ਭਗਤ ਪਾਵਣੀ ਪਰ ਨਿੰਦਾ ਨੈ ਸਰੋਤ ਸਰਵਣੰ ਆਪ ਤਿਆਗ ਸਗਲ ਰਿਣ ਕੈ ਖਟ ਲਖਣ ਪੂਰਨੰ ਪੁਰਖ ਹੈ ਨਾਨਕ ਸਾਧ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਜਿਸ ਰੱਬ ਦੇ ਪਿਆਰੇ ਦੇ ਅੰਦਰ 6 ਲੱਛਣ ਹੋਣ, ਕਿਸੇ ਦੀ ਬੁੱਤੀ ਨਾ ਕਰਦਾ ਹੋਵੇ, ਉਹਦੇ ਕੋਲ ਕੋਈ ਮਨੁੱਖ ਆ ਜੇ, ਉਹਦੇ ਵਾਸਤੇ ਸਮਬਿਰਤੀ ਹੋਵੇ, ਉਹ ਨਾ ਕਿਸੇ ਦਾ ਮਾੜਾ ਕਰੇ। ਗੁਰੂ ਕੇ ਸਿੱਖੋ, ਜਿਹਦੇ ਅੰਦਰ ਇਹ 6 ਲੱਛਣ ਪਾਏ ਜਾਂਦੇ ਨੇ, ਉਸ ਸੰਤ ਨੂੰ ਨਮਸਕਾਰ ਬਣਦੀ ਹੈ, ਉਸ ਰੱਬ ਦੇ ਪਿਆਰੇ ਨੂੰ ਨਮਸਕਾਰ ਬਣਦੀ ਹੈ। ਸੰਤ ਬਣਦਾ ਕਿਵੇਂ ਹੈ? ਸਾਡੇ ਇਤਿਹਾਸ ਅੰਦਰ ਇੱਕ ਸਾਖੀ ਆਉਂਦੀ ਹੈ। ਸੰਤ ਜੀ ਹੋਏ ਨੇ ਬਾਬਾ ਰਾਮਾਨੰਦ। ਕਹਿੰਦੇ ਨੇ ਕਿਸੇ ਰਾਜੇ ਦੇ ਘਰ ਕੋਈ ਪੁੱਤਰ ਨਾ ਪੈਦਾ ਹੋਵੇ, ਬੜੇ ਮਹਾਤਮਾ ਦੇ ਚਰਨ ਪਵਾ ਕਰਕੇ ਚਰਨ ਧਵਾਏ, ਬੰਦਾ ਮਰਦਾ ਕੀ ਨਹੀਂ ਕਰਦਾ, ਸਾਰਾ ਕੁਝ ਕਰਦਾ ਹੈ। ਬੜੀਆਂ ਥਾਵਾਂ ਤੇ ਜਾ ਕਰਕੇ ਨਮਸਕਾਰ ਕੀਤੀ। ਲੰਘਦਿਆਂ ਲਗਾਉਂਦਿਆਂ ਉਧਰ ਦੀ ਕਿਤੇ ਸੰਤ ਬਾਬਾ ਰਾਮਾਨੰਦ ਜੀ ਲੰਘੇ। ਲੰਘਦਿਆਂ ਕਿਸੇ ਨੇ ਆਖਿਆ ਵੀ ਰਾਜੇ ਦੇ ਦਰਬਾਰ ਵੀ ਹੋ ਕੇ ਜਾਓ। ਸੰਤ ਜੀ ਰਾਜੇ ਦੇ ਦਰਬਾਰ ਚਲੇ ਗਏ। ਸਾਧੂ ਲੋਕਾਂ ਨੂੰ ਵੇਖ ਕਰਕੇ ਰਾਜੇ ਦੇ ਅੰਦਰ ਸ਼ਰਧਾ ਤਾਂ ਆਈ, ਪਰ ਅੰਦਰੋਂ ਆਵਾਜ਼ ਆਈ ਵੀ ਪਹਿਲਾਂ 7 ਸਾਲ ਹੋ ਗਏ ਨੇ, ਬੜਿਆਂ ਸੰਤਾਂ ਨੂੰ ਨਮਸਕਾਰ ਕੀਤੀ ਹੈ, ਬੜਿਆਂ ਨੂੰ ਘਰ ਸੱਦ ਕਰਕੇ ਤੇ ਜਲ ਪਾਣੀ ਛਕਾਇਆ ਤੇ ਅਰਦਾਸ ਕਰਕੇ ਗਏ, ਤੇ ਅੱਜ 7 ਸਾਲ ਹੋ ਗਏ ਨੇ, ਕਿਸੇ ਨੇ ਮੇਰੀ ਬਾਂਹ ਨਹੀਂ ਫੜੀ ਤੇ ਮੇਰੀ ਗੋਦੀ ਸਖਣੀ ਹੈ। ਥੋੜਾ ਢਿੱਲਾ ਪਿਆ। ਜਦੋਂ ਸੰਤ ਜੀ ਆਏ, ਪ੍ਰਸ਼ਾਦਾ ਛਕਾਇਆ,
ਸਾਧੂ ਨੇ ਮੱਥੇ ਦੇ ਕਰਮ ਪੜ ਕੇ ਆਖਿਆ, ਰਾਜਾ ਕੀ ਗੱਲ ਹੈ, ਸੇਵਾ ਵੀ ਕਰਦਾ ਹੈ, ਅੰਦਰੋਂ ਸ਼ਰਧਾ ਵੀ ਬੜੀ ਘੱਟ ਵਿਖਾਉਣਾ ਹੈ। ਹੱਥ ਜੋੜ ਕੇ ਆਖਿਆ, ਬਾਬਾ 7 ਸਾਲ ਹੋ ਗਏ ਨੇ ਮੈਂ ਸ਼ਰਧਾ ਦੇ ਸਾਗਰ ਵਿੱਚ ਤਾਰੀਆਂ ਲਾਉਂਦਾ ਫਿਰਦਾ ਸਾਂ, ਮੇਰੀ ਆਸ ਟੁੱਟ ਗਈ। ਮੈਨੂੰ ਕਿਸੇ ਨੇ ਆਖਿਆ ਤੇਰੇ ਕਰਮਾਂ 'ਚ ਪੁੱਤਰ ਹੈ ਨਹੀਂ, ਤੇ ਬਾਬਾ ਰਾਮਾਨੰਦ ਪੂਰਨ ਸਾਧੂ ਹੈ, ਬ੍ਰਹਮ ਗਿਆਨੀ ਹੈ, ਤਤ ਬੇਤਾ ਹੈ, ਰੱਬ ਦੇ ਪਿਆਰੇ ਨੇ ਛਕਿਆ ਪ੍ਰਸ਼ਾਦਾ, ਹੱਥ ਕੀਤੇ ਸੁੱਚੇ, ਅਰਦਾਸ ਕੀਤੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਦਾਣਾ ਪਾਣੀ ਮਾਲਕਾ ਤੇਰਾ, ਟਹਿਲ ਪਾਵਣੀ ਤੇਰੇ ਸਿੱਖਾਂ ਸੇਵਕਾਂ ਦੀ। ਧਰਮ ਰਾਜੇ ਦੇ ਕਚਹਿਰੀ ਵਿੱਚ ਟੱਲ ਖੜਕਿਆ, ਇਹਨੇ ਵਿਧ ਮਾਤਾ ਨੂੰ ਨਾਲ ਲਿਆ, ਪਰਮਾਤਮਾ ਦੇ ਘਰ ਚਲੇ ਗਏ। ਤੇ ਵਿਧ ਮਾਤਾ ਕਹਿਣ ਲੱਗੀ ਪਰਮਾਤਮਾ ਨੂੰ, ਰੱਬ ਨੂੰ, ਮਹਾਰਾਜ ਰਾਜੇ ਦੇ ਕਰਮਾਂ 'ਚ ਪੁੱਤਰ ਕੋਈ ਨਹੀਂ ਹੈ, ਥੱਲੇ ਬੰਦਗੀ ਕੋਈ ਨਹੀਂ ਕਰਦਾ, ਰਾਜੇ ਦੇ ਘਰ ਤਾਂ ਬੰਦਗੀ ਵਾਲਾ ਪੁੱਤਰ ਭੇਜਿਆ ਜਾਵੇਗਾ ਜਿਹਦੇ ਮੱਥੇ ਦਾ ਰਾਜ ਭਾਗ ਹੋਵੇਗਾ, ਥੱਲੇ ਬੰਦਗੀ ਕੋਈ ਨਹੀਂ ਕਰਦਾ। ਇੱਕ ਰਾਮਾਨੰਦ ਸਾਧੂ ਸੰਤ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਗਿਆ ਜੇ, ਉਹਨੇ ਅਰਦਾਸ ਕੀਤੀ ਹੈ, ਮਾਲਕਾ ਇਹਦੇ ਘਰ ਬੂਟਾ ਲਾਈ, ਮੈਨੂੰ ਪਤਾ ਤੇਰੀ ਸੰਤਾਂ ਨਾਲ ਯਾਰੀ ਹੈ, ਤੈਨੂੰ ਪੁੱਤਰ ਦੇਣਾ ਪਵੇਗਾ, ਪਰ ਸਾਨੂੰ ਵੀ ਦੱਸ ਕਿਹੜੇ ਖਾਤੇ ਵਿੱਚੋਂ ਦੇਣਾ ਹੈ। ਰਾਜੇ ਦੇ ਘਰ ਤਾਂ ਬੰਦਗੀ ਵਾਲਾ ਹੀ ਪੁੱਤਰ ਜਾਵੇਗਾ ਨਾ, ਥੱਲੇ ਤਾਂ ਬੰਦਗੀ ਕਰਦਾ ਕੋਈ ਨਹੀਂ ਹੈ, ਥੱਲੇ ਤਾਂ ਖੂਨ ਪਾਣੀ ਬਣਿਆ ਬੈਠਾ ਹੈ। 12-12 ਵਜੇ ਰਾਤ ਨੂੰ ਮੋਬਾਈਲ ਤੇ ਟੀਵੀ ਬੰਦ ਹੁੰਦੇ ਨੇ, 10 ਵੇਲੇ ਉੱਠ ਕੇ 10 ਵੇਲੇ ਪੀ ਕੇ 2 ਬਾਟੇ ਚਾਹ ਦੇ, ਮੁੜ ਕੇ ਕਹਿੰਦੇ ਰੱਬ ਸਾਡੇ ਨਾਲ ਹੈ। ਗੁਰੂ ਕੇ ਸਿੱਖੋ, ਰੱਬ ਉਹਨਾਂ ਦੇ ਨਾਲ ਜਿਹੜੇ ਰੱਬ ਦੇ ਨਾਲ ਨੇ, ਜਿਹੜੇ ਪਖੰਡ ਕਰਦੇ ਨੇ। ਰੱਬ ਅੱਜ ਵੀ ਪਾਸੇ ਜੇ, ਰੱਬ ਕੱਲ ਵੀ ਪਾਸੇ ਹੈ। ਗੁਰੂ ਕੇ ਸਿੱਖੋ, ਵਿਧ ਮਾਤਾ ਨੂੰ ਪਰਮਾਤਮਾ ਕਹਿਣ ਲੱਗਾ ਵੀ ਜੋ ਤੁਸਾਂ ਦੇਣਾ ਦੇ ਦਿਓ, ਕੋਈ ਗੱਲ ਨਹੀਂ। ਕਿਹੜੀ ਗੱਲ ਹੈ, ਰਾਮਾਨੰਦ ਥੱਲੇ ਹੈ, ਆਪੇ ਕੁਝ ਨਾ ਕੁਝ ਢੰਗ ਤਰੀਕਾ ਵਰਤ ਲਵੇਗਾ। ਸੰਤ ਕਰਦਾ ਕੀ ਹੈ, ਉੱਥੇ ਲਿਖਿਆ ਮਿਲਦਾ ਜੇ। ਵਿਧ ਮਾਤਾ ਨੇ ਆਪਣੇ ਖਾਤੇ ਦੇ ਵਿੱਚੋਂ ਇੱਕ ਲੜਕਾ ਤੇ ਇੱਕ ਲੜਕੀ ਭੇਜਿਆ। ਜਿਹੜੇ ਲੜਕੇ ਦਾ ਘੁਮਿਆਰਾਂ ਦੇ ਘਰ ਜਨਮ ਹੋਣਾ ਸੀ, ਸਾਰੀ ਉਮਰ ਉਹਦੇ ਕਰਮਾਂ ਦੇ ਵਿੱਚ 3 ਟਕੇ ਤੇ 3 ਖੋਤੇ। ਇੱਕ ਲੜਕੀ ਜਿਹਨੇ ਵੇਸਵਾ ਬਣਨਾ ਸੀ, ਉਹਦਾ ਜਨਮ ਰਾਜੇ ਦੇ ਘਰ ਕਰ ਦਿੱਤਾ। ਉਹਨਾਂ ਦੀ ਉਮਰ 17 ਸਾਲ ਦੀ ਹੋਈ। ਰਾਜੇ ਨੇ ਖੁਸ਼ੀਆਂ ਮਨਾਈਆਂ, ਸੰਤ ਨੂੰ ਸੱਦ ਕਰਕੇ ਸਤਿਕਾਰ ਕੀਤਾ। ਜਦੋਂ ਬੱਚਿਆਂ ਦੀ ਉਮਰ 17 ਸਾਲ ਦੀ ਹੋਈ, ਕੁਦਰਤ ਦਾ ਪਾਣਾ, ਰਾਜਾ ਚੜ੍ਹਾਈ ਕਰ ਗਿਆ, ਅਹਿਲਕਾਰ ਦਾ ਜ਼ੋਰ ਪੈ ਗਿਆ। ਦੋਵਾਂ ਭੈਣ ਭਰਾਵਾਂ ਨੂੰ ਘਰ ਵਿੱਚੋਂ ਕੱਢ ਦਿੱਤਾ। ਜੋ ਕਰਮ ਸਨ, ਕਰਮ ਨਾਲ ਜਾਣੇ ਸਨ। ਉੱਥੇ ਲਿਖਿਆ ਮਿਲਦਾ ਵੀ 3 ਟਗੇ ਤੇ 3 ਖੋਤੇ ਉਹਦੇ ਕਰਮਾਂ ਦੇ ਵਿੱਚ ਸਨ। ਤੁਰਦਿਆਂ ਭੈਣ ਨੇ ਢਿੱਡ ਤੇ ਹੱਥ ਰੱਖ ਕੇ ਆਖਿਆ, ਅੰਮਾ ਜਾਇਆ ਵੀਰਾ, ਮੈਨੂੰ ਭੁੱਖ ਲੱਗੀ ਹੈ, ਕੁਝ ਨਾ ਕੁਝ ਖਾਣ ਵਾਸਤੇ ਦੇ। ਅੱਗੋਂ ਕਹਿਣ ਲੱਗਾ, ਮੇਰੀਏ ਭੈਣੇ ਮੈਂ ਕੀ ਦਵਾਂ, 3 ਦਿਨ ਹੋ ਗਏ ਨੇ, ਮੈਂ ਵੀ ਭੁੱਖਾ ਮਰਦਾ ਤੇ ਤੂੰ ਵੀ ਮੇਰੇ ਨਾਲ ਹੈ, ਜਾ ਮੇਰੇ ਨਾਲੋਂ ਚਲੀ ਜਾ। ਉੱਥੇ ਭਾਈ ਵੀਰ ਸਿੰਘ ਜੀ ਲਿਖਦਾ ਹੈ, ਭੈਣ ਨੇ ਸਾਥ ਛੱਡ ਦਿੱਤਾ। ਉਹਦੇ ਕਰਮਾਂ 'ਚ ਉਹਨੇ ਵੇਸਵਾ ਬਣਨਾ ਸੀ, ਉਹ ਸ਼ਹਿਰ ਚਲੀ ਗਈ, ਵੇਸਵਾ ਖਾਨੇ ਚਲੀ ਗਈ। ਵੇਸਵਾ ਦਾ ਧੰਦਾ ਵੇਸਵਾ ਦੇ ਖਾਨੇ ਵਿੱਚ ਜਾ ਕਰਕੇ ਲੱਗੀ ਆ ਕਰਨ। ਇੰਨੇ ਚਿਰ ਨੂੰ ਰਾਮਾਨੰਦ ਸਾਧੂ ਸ਼ਹਿਰ ਚਲਿਆ ਗਿਆ। ਕੋਈ ਦਾਤਰੀ ਨੂੰ ਦੰਦੇ ਕੱਢਦਾ ਸੀ, ਲੁਹਾਰ ਗੁਰੂ ਕਾ ਸਿੱਖ। ਉਹਨੂੰ ਜਾ ਕਰਕੇ ਪੁੱਛਦਾ ਹੈ, ਇੱਥੋਂ ਦਾ ਰਾਜਾ ਕੌਣ ਹੈ? ਤੇ ਰਾਜੇ ਦੇ ਘਰ ਇੱਕ ਲੜਕੀ ਤੇ ਲੜਕਾ ਪੈਦਾ ਹੋਇਆ ਸੀ। ਮੈਂ ਬੜਿਆਂ ਨੂੰ ਪੁੱਛਿਆ, ਪਰ ਸਾਰਿਆਂ ਨੇ ਮੈਨੂੰ ਆਖਿਆ ਵੀ ਨਹੀਂ, ਇੱਥੇ ਜੱਦੀ ਪੁਸ਼ਤੀ ਰਾਜਾ ਵਜ਼ੀਰ ਚੱਲਿਆ ਆ ਰਿਹਾ ਹੈ। ਮੈਂ ਪਹਿਲਾਂ ਵੀ ਆਇਆ ਸਾਂ, 17 ਸਾਲ ਪਹਿਲਾਂ ਆਇਆ ਸਾਂ, ਉਹਦੇ ਘਰ ਲੜਕੀ ਤੇ ਲੜਕਾ ਪੈਦਾ ਹੋਏ ਸਨ। ਉਸ ਰੱਬ ਦੇ ਪਿਆਰੇ ਨੇ ਸੱਚ ਬੋਲਿਆ। ਉਹਨੇ ਆਖਿਆ, ਰਾਮਾਨੰਦ ਜਿਹੜਾ ਵਜ਼ੀਰ ਹੈ ਉਹ ਧਾਵੀ ਹੋ ਗਿਆ, ਲੜਕੀ ਤੇ ਲੜਕੇ ਦਾ ਮਾਂ ਪਿਓ ਮਾਰਿਆ ਗਿਆ, ਉਹਨੇ ਘਰੋਂ ਕੱਢ ਦਿੱਤੇ ਹੀ। ਦੱਖਣ ਦੀ ਬਾਈ ਨੂੰ ਗਏ ਹੀ। ਜਦੋਂ ਸੰਤ ਜੀ ਮਗਰ ਗਏ, ਕੀ ਵੇਖਿਆ, ਇੱਕ ਗੋਰਾ ਇਨਸਾਨ, ਇਹਨਾਂ ਭਰਵਾਂ ਜੁੱਸਾ, ਗੱਭਰੂ ਨੌਜਵਾਨ, 3 ਖੋਤੇ ਤੇ ਉੱਤੇ ਇੱਟਾਂ ਲੱਦ ਕੇ ਤੁਰਿਆ ਆਉਂਦਾ ਹੈ। ਹੁਣ ਸੰਤ ਨੇ ਵੇਖਿਆ ਵੀ ਇਹਦਾ ਹੁਸਨ ਬੜਾ ਹੈ, ਮੈਨੂੰ ਲੱਗਦਾ ਇਹ ਰਾਜੇ ਦਾ ਕਾਕਾ ਹੈ। ਆਵਾਜ਼ ਮਾਰ ਕੇ ਕਹਿਣ ਲੱਗਾ, ਪੁੱਤਰਾ ਤੇਰੇ ਕੋਲ ਥੋੜੀ ਬਹੁਤੀ ਮਾਇਆ ਹੈ। ਉਸ ਰਾਜੇ ਦੇ ਕਾਕੇ ਨੇ ਜਦੋਂ ਖੀਸੇ 'ਚ ਹੱਥ ਮਾਰਿਆ ਤੇ 3 ਟਕੇ ਮਿਲ ਗਏ। ਸੰਤ ਨੇ ਆਖਿਆ, ਪੁੱਤਰਾ ਜੇ ਕਿਤੇ ਮੇਰੀ ਨਿਗਾਹ ਧੋਖਾ ਨਾ ਖਾਵੇ, ਤੂੰ ਰਾਜੇ ਦਾ ਲੜਕਾ ਤਾਂ ਨਹੀਂ? ਅੱਗੋਂ ਉਸ ਬੱਚੇ ਨੇ ਆਖਿਆ, ਸੰਤਾ ਤੈਨੂੰ ਕਿਵੇਂ ਪਤਾ ਮੈਂ ਰਾਜੇ ਦਾ ਲੜਕਾ ਹਾਂ?
मैं तां किसे नूं नहीं दसिया। जदों दा वजीर ने मेरे ते अत्याचार कीता है, मैं तां अपनी रोटी पानी पूरा करदा फिरदा है। बाबा मैं तां किसे नूं दसिया नहीं मैं राजे दा लड़का, पर तेनू किवें पता लगा मैं राजे दा लड़का है? अगों संत ने आख्या पुत्रा तेरे नाल तेरी भैन भी सी। उन्हें आख्या जी रोटी मंगदी सी, मेरे कोल है नहीं, वो शहर चली गई। संत ने आख्या पुत्रा मैं वो संत हाँ जिहदे वरदे नाल तुसीं पैदा होए हो। मैं अरदास कीती सी, पुब्बा मार के रोया काका। संता जे राजे दे घर अरदास करके ते घमियारां दे घर खोते ढवाउणे सन, फिर तां मैनूं घमियारां दे घर रहण देनो, फिर मेरे ते अत्याचार क्यों कीता? संत ने आख्या पुत्रा तेरे कर्म सन, तेरे कर्म बदलण वास्ते आया है। नाल लिया शहर चलिया गया, उत्थे चलिया गया जिथे वेसवा दे खाने ओदी भैन बैठी है। बोली लगी, उत्थे लिखिया मिलदा 52 देशां दे राजे आए सन, 52 राजे। उस लड़की दा राजे दी लड़की होण करके हुसन ज़्यादा है। तन दी बोली लगन लगी, संत ने बोली चढ़ा के दे दिती। एक रात संत ने आख्या लड़की मैनू चाहिदी है। संत दे आश्रम च लड़की गई। लड़की ने डरदी ने दरवाजा खोलिया, मेरे तन दे पैसे लगे ने, पर की वेखिया गाड़ी चौंकड़ा मार करके तत बेता साधु, हाथ विच माला। जे 100 चंदा उगवै सूरज चढ़े 1000, एते चानन हुंदियां गुरबिन घोर अंधार। चौंकड़ा मारिया नेत्र बंद ते परमात्मा दी बंदगी रामानंद साधु करदा है। सतनाम वाहेगुरु, सतनाम वाहेगुरु। सतनाम वाहेगुरु, सतनाम वाहेगुरु। संत अपनी आही ते आजे ते की नहीं कर सकता। दिन दा चढ़ा अमृत वेले संत जी अपने डेरे चों बाहर निकले। संत बाबा तारा सिंह गुरु के सिखो दर्शन सिंह रूढ़ीवाल दा नौजवान गभरू दौड़ लाउंदा टिब्बियां दे विच भज्जा जांदा जिवें हिरन चुंगा भरदा है। संत बाबा तारा सिंह दी निगाह पै गया। संत ने आवाज़ मार के आख्या नरैण सिंघा ये गभरू कौन है ਜਿਹੜਾ ਬਰੇਤੇ ਦੇ ਵਿੱਚ ਟਿੱਬਿਆਂ ਦੇ ਵਿੱਚ ਹਰਨ ਦੀ ਤਰ੍ਹਾਂ ਚੁੰਗੀਆਂ ਭਰਦਾ ਫਿਰਦਾ ਹੈ? ਉਹਨੇ ਆਖਿਆ ਬਾਬਾ ਇਹ ਰੂੜੀਵਾਲ ਦਾ ਦਰਸ਼ਨ ਸਿੰਘ ਹੈ, ਇਹ ਨੌਜਵਾਨ ਗੱਭਰੂ ਹੈ, ਅੰਤਰਰਾਸ਼ਟਰੀ ਦੌੜ ਹੋਣ ਵਾਲੀ ਹੈ, ਗਵਾਲੀਅਰ ਦੀ ਧਰਤੀ ਦੇ ਉੱਤੇ ਉਹਦੇ ਵਿੱਚ ਹਿੱਸਾ ਲੈਣ ਵਾਸਤੇ ਚੱਲਿਆ ਹੈ। ਬਾਬਾ ਇਹਨੇ ਆਪਣਾ ਨਾਂ ਪੰਜਾਬ ਲੈਵਲ ਦੇ ਉੱਤੋਂ ਨਾਂ ਲਿਖਵਾਇਆ ਹੈ। ਸੰਤ ਨੇ ਆਖਿਆ ਇਹਨੂੰ ਸੱਦਿਆ ਜਾਏ। ਸਰਿਆਲੀ ਕਾਲਜ ਪੜ੍ਹਨ ਵਾਲਾ ਰੱਬ ਦਾ ਪਿਆਰਾ ਦਰਸ਼ਨ ਸਿੰਘ ਜਦੋਂ ਬਾਬਾ ਤਾਰਾ ਸਿੰਘ ਦੇ ਕੋਲ ਗਿਆ, ਪ੍ਰਿੰਸੀਪਲ ਨੂੰ ਆਵਾਜ਼ ਮਾਰ ਕਰਕੇ 40 ਰੁਪਏ ਮਹੀਨੇ ਦੇ ਲਾ ਦਿੱਤੇ ਵੀ ਇਹਨੂੰ ਦੁੱਧ ਘਿਓ ਖੁੱਲਾ ਦੇ ਦਿੱਤਾ ਜਾਵੇ। ਜਿੱਦਣ ਜਾਣ ਲੱਗਾ ਮੋਢੇ ਤੇ ਹੱਥ ਰੱਖਿਆ, ਤਤ ਬੇਤੇ ਸਾਧੂ ਨੇ ਜਾ ਦਰਸ਼ਨ ਸਿਆ ਦੁਨੀਆ ਦੇ ਲੋਕ ਤੇਰਾ ਪਾਣੀ ਭਰਿਆ ਕਰਨਗੇ। ਗੁਰੂ ਕੇ ਸਿੱਖੋ ਗਵਾਲੀਅਰ ਦੇ ਵਿੱਚ ਅੰਤਰਰਾਸ਼ਟਰੀ ਦੌੜ ਹੋਈ, ਜਿਹਦੇ ਵਿੱਚ 1500 ਮੀਟਰ ਦੀ ਦੌੜ ਦੇ ਵਿੱਚੋਂ ਗੁਰੂ ਕੇ ਸਿੱਖੋ 31 ਮਿੰਟਾਂ ਦੇ ਵਿੱਚ ਤੇ 43 ਸਕਿੰਟ ਦੇ ਵਿੱਚ ਕਿਸੇ ਮੁਸਲਮਾਨ ਯੋਧੇ ਨੇ ਦੌੜ ਪਾਰ ਕਰ ਲਈ। ਉੱਥੋਂ ਨਿੰਮਾ ਚੂਣਾ ਹੋ ਕੇ ਵਾਪਸ ਆ ਗਿਆ। ਗੱਲ ਨਾ ਬਣੀ, ਕੁਦਰਤੀ ਤੌਰ ਤੇ ਦੌੜਦਿਆਂ ਦੌੜਦਿਆਂ ਗੋਡੇ ਤੇ ਸੱਟ ਲੱਗ ਗਈ, ਇੰਨੀ ਦਰਦ ਹੋਈ। ਅੰਮ੍ਰਿਤਸਰ ਖਾਲਸਾ ਕਾਲਜ ਦੌੜ ਆ ਗਈ। ਉੱਥੇ ਕੀ ਕਰਦਾ ਹੈ, ਮੂੰਹ ਬੁਲਾ ਲੈਂਦਾ ਹੈ, ਪੱਟੀ ਬੰਨ੍ਹ ਲੈਂਦਾ ਹੈ, ਥੋੜਾ ਜਿਹਾ ਦੌੜਦਾ ਤੇ ਦਰਦ ਕਰਨ ਲੱਗ ਪੈਂਦਾ ਹੈ। ਚੜ ਗਿਆ ਨਿਗਾਹ ਬਾਬਾ ਤਾਰਾ ਸਿੰਘ ਦੇ। ਆਵਾਜ਼ ਮਾਰੀ, ਦਰਸ਼ਨ ਸਿਆ ਤੂੰ ਗਵਾਲੀਅਰ ਗਿਆ ਸਾਂ, ਕੀ ਬਣਿਆ ਹੈ? ਬਾਬਾ ਜੀ ਉੱਥੋਂ ਤੱਕ ਕਿਸੇ ਮੁਸਲਮਾਨ ਯੋਧੇ ਨੇ ਚੁੰਗੀਆਂ ਮਾਰ ਕੇ ਦੌੜ ਜਿੱਤ ਲਈ ਹੈ, ਮੇਰੀ ਵਾਰੀ ਨਹੀਂ ਆਈ। ਹੁਣ ਬਾਬਾ ਜੀ ਖਾਲਸਾ ਕਾਲਜ ਦੌੜ ਹੈ, ਪਰ ਕੀ ਕਰਾਂ, ਮੇਰਾ ਗੋਡਾ ਇੰਨਾ ਦੁਖਦਾ ਹੈ, ਮੇਰੇ ਕੋਲ ਤੁਰਿਆ ਨਹੀਂ ਜਾਂਦਾ, ਮੈਂ ਮੂੰਹ ਲਾ ਕੇ ਚੱਲਦਾ ਹੈ, ਥੋੜਾ ਜਿਹਾ ਜਾਣਾ ਤੇ ਦਰਦ ਹੋ ਜਾਂਦੀ ਹੈ। ਬਾਬੇ ਤਾਰਾ ਸਿੰਘ ਨੇ ਗਲ ਵਕੜੀ 'ਚ ਲੈ ਕੇ ਆਖਿਆ ਜਾ ਪੱਟੀ ਖੋਲ੍ਹ ਦੇ, ਤੇਰਾ ਰੱਬ ਯਾਰ ਹੈ, ਅਸੀਂ ਤੇਰੇ ਨਾਲ ਹੋਵਾਂਗੇ। ਗੁਰੂ ਕੇ ਸਿੱਖੋ ਖਾਲਸਾ ਕਾਲਜ ਚਲਿਆ ਗਿਆ ਮਰਦ। ਬਾਬਾ ਤਾਰਾ ਸਿੰਘ ਨੇ 2 ਗੱਡੀਆਂ ਲਾਸ਼ੇਰੀ ਵਾਸਤੇ ਮਗਰ ਭੇਜ ਦਿੱਤੀਆਂ।
ਇਸ ਮਰਦ ਦੀ ਹੌਸਲਾ ਅਫਜਾਈ ਕਰਿਓ, ਇਹ ਜਕਾਰੇ ਲਾ ਕਰਕੇ ਇਹਦਾ ਸਤਿਕਾਰ ਕਰਿਓ। ਗੁਰੂ ਕੇ ਸਿੱਖੋ, ਅਜੇ ਥੋੜਾ ਜਿਹਾ ਦੌੜਿਆ, ਦਰਦ ਜ਼ਿਆਦੀ ਵੱਧ ਗਈ। ਬਾਬੇ ਤਾਰਾ ਸਿੰਘ ਨੂੰ ਨੇਤਰ ਬੰਦ ਕਰਕੇ ਯਾਦ ਕਰਦਾ, ਬਾਬਾ ਜੇ ਅੱਜ ਮੌਕਾ ਹੱਥੋਂ ਚਲਿਆ ਗਿਆ, ਆਖਰੀ ਸਾਲ ਹੈ, ਮੁੜ ਕੇ ਮੇਰੇ ਕੋਲੋਂ ਭੱਜਿਆ ਨਹੀਂ ਜਾਣਾ। ਅਜੇ ਵੇਖਦਿਆਂ ਵੇਖਦਿਆਂ ਅਰਦਾਸ ਕੀਤੀ। ਅਰਦਾਸ ਕਰਦਿਆਂ ਕਰਦਿਆਂ ਗੋਡੇ ਦਾ ਪਟਾਕਾ ਪੈ ਗਿਆ, ਇੱਕੇਦਮ ਗੋਡਾ 9/9 ਹੋ ਗਿਆ। ਉਸ ਮਰਦ ਨੇ ਫਿਰ 22 ਫੁੱਟ ਦੀਆਂ ਚੁੰਗਾਂ ਭਰੀਆਂ। ਉੱਥੇ ਲਿਖਿਆ ਮਿਲਦਾ ਜੇ ਜਿਹੜੀ ਮੁਸਲਮਾਨ ਯੋਧੇ ਨੇ 34 ਮਿੰਟ ਤੇ 43 ਸਕਿੰਟ ਵਿੱਚ ਦੌੜ ਪਾਰ ਕੀਤੀ ਸੀ, ਇਸ ਬਾਬਾ ਤਾਰਾ ਸਿੰਘ ਦੇ ਸੇਵਾਦਾਰ ਨੇ 31 ਮਿੰਟ ਵਿੱਚ ਤੇ 21 ਸਕਿੰਟਾਂ 'ਚ ਦੌੜ ਪਾਰ ਕਰਕੇ ਵਰਲਡ ਰਿਕਾਰਡ ਬਣਾ ਦਿੱਤਾ। ਦੁਨੀਆ ਦੇ ਉੱਤੇ ਅੱਜ ਕੋਈ ਮਾਂ ਪੈਦਾ ਨਹੀਂ ਹੋਈ ਜਿਹਦੀ ਕੁੱਖ ਵਿੱਚੋਂ ਕੋਈ ਮਰਦ ਪੈਦਾ ਹੋਵੇ। ਮਿਲਖਾ ਸਿੰਘ ਵਰਗੇ ਵੀ ਪਿੱਛੇ ਰਹਿ ਗਏ। ਦਰਸ਼ਨ ਸਿੰਘ ਦਾ ਮੁਕਾਬਲਾ ਅੱਜ ਵੀ ਕੋਈ ਨਹੀਂ ਕਰ ਸਕਦਾ। ਬਾਬੇ ਤਾਰਾ ਸਿੰਘ ਨੇ ਆਖਿਆ, ਜਾ ਸਿੱਖਾ, ਤੇਰਾ ਰਿਕਾਰਡ ਕੋਈ ਨਹੀਂ ਤੋੜੇਗਾ। ਇਹ ਜਦੋਂ ਨਾਮ ਜਪਦਿਆਂ ਭੈਣ ਨੇ ਵੇਖਿਆ, ਉਹਨੇ ਆਖਿਆ, ਸੰਤ ਜੀ ਮੈਂ ਤਾਂ ਤਨ ਦਾ ਧੰਦਾ ਕਰਨ ਵਾਲੀ ਆ, ਤੁਸੀਂ ਨਾਮ ਪੈ ਜਪਦੇ ਹੋ, ਕੌਣ ਹੋ? ਕਹਿਣ ਲੱਗਾ, ਧੀਏ ਤੂੰ ਰਾਜੇ ਦੀ ਲੜਕੀ ਤਾਂ ਨਹੀਂ? ਸੰਤਾ ਤੈਨੂੰ ਕਿਵੇਂ ਪਤਾ ਹੈ? ਧੀਏ ਮੈਂ ਅਰਦਾਸ ਕੀਤੀ ਸੀ, ਮੇਰੇ ਵਰ ਦੇ ਨਾਲ ਤੇਰਾ ਭਰਾ ਤੇ ਤੂੰ ਪੈਦਾ ਹੋਏ ਸਨ, ਤੇਰਾ ਭਰਾ ਮੇਰੇ ਨਾਲ ਆਇਆ ਹੈ, ਚੱਲ ਚਲੀਏ। ਵੇਸਵਾ ਕੋਲ ਜਾ ਕਰਕੇ ਸੰਤ ਨੇ ਆਖਿਆ, ਇਹ ਰਾਜੇ ਦੀ ਲੜਕੀ ਹੈ, ਮੇਰੀ ਧੀ ਲੱਗਦੀ ਹੈ, ਮੂੰਹੋਂ ਮੰਗੀ ਮਾਇਆ ਲੈ, ਅੱਜ ਤੋਂ ਇਹ ਤਨ ਦਾ ਧੰਦਾ ਨਹੀਂ ਕਰੇਗੀ, ਇਹ ਰੱਬ ਰੱਬ ਕਰੇਗੀ। ਕਹਿੰਦੇ ਨੇ ਉਹ ਧੀ ਚਲੀ ਗਈ। ਗੁਰੂ ਕੇ ਸਿੱਖੋ, ਸੰਤ ਜੀਵਨ ਕਿਵੇਂ ਬਦਲਦਾ ਹੈ। 5 ਮਰਲੇ ਜ਼ਮੀਨ ਲਈ, ਇੱਕ ਨਲਕਾ ਲਾ ਦਿੱਤਾ। ਦੋਵਾਂ ਭੈਣ ਭਰਾਵਾਂ ਨੂੰ ਆਖਿਆ ਵੀ ਆਉਂਦੇ ਜਾਂਦੇ ਰਾਹੀਆਂ ਨੂੰ ਜਲ ਪਾਣੀ ਛਕਾਇਆ ਕਰੋ। ਜਲ ਪਾਣੀ ਤੋਂ ਮੁੜ ਕੇ ਥੋੜਾ ਬਹੁਤਾ ਕੰਮ ਵਧਾ ਲਿਆ, ਲੰਗਰ ਚੱਲ ਗਿਆ। ਲੰਗਰ ਐਡਾ ਮਾਣ ਹੋਇਆ, 33 ਕਰੋੜ ਦੇਵੀ ਦੇਵਤਾ ਉਸ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛਕਦਾ ਹੈ। ਗੁਰੂ ਕੇ ਸਿੱਖੋ, ਜਿਸ ਉਸ ਪ੍ਰਮਾਤਮਾ ਦੇ ਕਹਿ ਦਾ ਦਰਗਾਹੀ ਫਰਮਾਨ ਹੋਇਆ ਕਰਦਾ ਹੈ, ਦੁਨੀਆ ਦੇ ਲੋਕ ਉੱਥੋਂ ਆ ਕਰਕੇ ਲੰਗਰ ਪਾਣੀ ਛਕਦੇ ਨੇ। ਜਦੋਂ ਪ੍ਰਮਾਤਮਾ ਦੇ ਘਰ ਟੱਲ ਖੜਕਿਆ ਵੀ ਕਿਹੜਾ ਮਨੁੱਖ ਹੈ ਜਿਹੜਾ ਧਰਤੀ ਤੇ ਬੰਦਗੀ ਕਰਦਾ ਹੈ। ਵਿਦ ਮਾਤਾ ਖਲੋਤੀ ਸੀ, ਧਰਮਰਾਜ ਖਲੋਤਾ ਹੈ, ਵਿਸ਼ਨੂੰ ਭਗਵਾਨ ਖਲੋਤਾ ਹੈ। ਰਾਮਾਨੰਦ ਸਾਧੂ ਚਲਿਆ ਗਿਆ। ਸੰਤ ਨੇ ਆਖਿਆ, ਇਹ ਉਹ 2 ਬੱਚੇ ਨੇ ਜਿਹਦਾ ਘੁਮਿਆਰ ਦੇ ਘਰ ਜਨਮ ਹੋਣਾ ਸੀ ਤੇ ਜਿਹੜੀ ਲੜਕੀ ਨੇ ਵੇਸਵਾ ਬਣਨਾ ਸੀ। ਸੰਤ ਅਨੰਤੇ ਅੰਤਰ ਨਾਹੀ। ਸੰਤ ਨੇ ਰੇਖ ਵਿੱਚ ਮੇਖ ਮਾਰ ਦਿੱਤੀ, ਚੰਗੇ ਬੰਨੇ ਲਾ ਦਿੱਤਾ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਨਾਮ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਅਗਲਾ ਜਨਮ ਰਾਜੇ ਦੇ ਘਰ ਦਾ ਮਿਲ ਗਿਆ। ਗੁਰੂ ਕੇ ਸਿੱਖੋ, ਉਹ ਰਾਜਾ ਤੇ ਰਾਜੀ ਬਣ ਗਏ। ਨਾਮ ਹੀ ਸਭ ਤੋਂ ਵੱਡੀ ਕਰਾਮਾਤ ਹੈ। ਪਰ ਲੋੜ ਇਹ ਹੈ, 12-12 ਸਾਲ ਰਹੀਏ ਸਾਧੂਆਂ ਦੀ ਟੋਲੀ, ਫਿਰ ਜਾ ਕੇ ਆਉਂਦੀ ਕਿਤੇ ਸੰਤਾਂ ਦੀ ਬੋਲੀ। ਤੁਸੀਂ ਸੰਤਾਂ ਦੇ ਦਰਬਾਰ ਵਿੱਚ ਆਉਂਦੇ ਹੋ, ਜੇ ਤੁਹਾਨੂੰ ਸੱਚ ਤੇ ਝੂਠ ਦਾ ਨਹੀਂ ਪਤਾ, ਫਿਰ ਤੁਹਾਡਾ ਫੇਰਾ ਵੱਜਦਾ ਹੈ, ਫਿਰ ਤੁਹਾਡਾ ਆਉਣ ਜਾਣ ਬਣਿਆ ਹੈ। ਇੱਕ ਪ੍ਰਮਾਤਮਾ ਨੇ ਤੁਹਾਨੂੰ ਮਨੁੱਖਾ ਜਾਮਾ ਦਿੱਤਾ ਹੈ, ਤੇ ਜੇ ਤੁਹਾਡੇ ਕੋਲ ਹੀ ਸੋਚ ਨਹੀਂ, ਤੁਹਾਡੇ ਕੋਲ ਹੀ ਸਮਝ ਨਹੀਂ, ਤੇ ਗੁਰੂ ਕੇ ਸਿੱਖੋ ਸਮਝ ਕਿਹਦੇ ਕੋਲ ਹੋਵੇਗੀ? ਮੈਂ ਤਾਂ ਹੈਰਾਨ ਹਾਂ। ਤੁਸੀਂ ਪਿੱਛੇ ਵੇਖਿਆ ਤਾਲਿਬਾਨ ਵਾਲਿਆਂ ਨੇ ਕੀ ਕੀਤਾ ਹੈ? ਜਦੋਂ ਅਫਗਾਨਿਸਤਾਨ ਨੱਪਿਆ ਗਿਆ, ਇਹਦਾ ਮੁੱਢ ਕੀ ਹੈ? ਜਿਵੇਂ ਭਾਰਤ ਤੇ ਗੋਰਿਆਂ ਨੇ ਰਾਜ ਕੀਤਾ, ਗੋਰਿਆਂ ਦੇ ਜਾਣ ਤੋਂ ਬਾਅਦ ਸਾਡੇ ਮਰਦ ਅਗੰਮੜਿਆਂ ਨੇ ਅਸੈਂਬਲੀ 'ਚ ਬੰਬ ਸੁੱਟਿਆ। ਭਗਤ ਸਿੰਘ ਵਰਗੇ ਸੂਰਮਿਆਂ ਨੇ ਬਲੀਦਾਨ ਦੇ ਦਿੱਤਾ, ਊਧਮ ਸਿੰਘ ਵਰਗੇ ਮਰਦਾਂ ਨੇ ਬਲੀਦਾਨ ਦੇ ਦਿੱਤਾ। ਮੈਂ ਤਾਂ ਚਾਹ ਦੇ ਲੰਗਰ ਵਿੱਚ ਗਿਆ, ਪੈਰ ਰੱਖਣ ਨੂੰ ਜਗ੍ਹਾ ਨਹੀਂ। ਕੀ ਚਾਹ ਸੁਗਾਤ ਹੈ? ਕਿਹੜੀ ਸੁਗਾਤ ਹੈ ਚਾਹ? ਜਿਹੜਾ ਪੁੱਛਦਾ ਹੈ ਚਾਹ ਬਣੀ ਹੈ, ਚਾਹ ਦਾ ਲੰਗਰ ਕਿੱਥੇ ਚੱਲਦਾ ਹੈ? ਮੈਂ ਤੁਹਾਨੂੰ ਦੱਸਦਾ ਬਿਮਾਰੀ ਕਿੱਥੋਂ ਆਈ ਹੈ। ਅੰਗਰੇਜ਼ਾਂ ਦਾ ਰਾਜ। ਤੇ ਗੁਰੂ ਕੇ ਸਿੱਖੋ, ਜਿਸ ਗੋਇੰਦਵਾਲ ਦੀ ਧਰਤੀ ਤੇ ਸੰਤਾਂ ਦੀ ਸੇਵਾ ਚੱਲਦੀ ਜੇ, ਬਿਆਸ ਦਰਿਆ ਦਾ ਕੰਢਾ, ਇੱਧਰਲਾ ਇਲਾਕਾ ਕਸੂਰ ਤੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀ। ਬਿਆਸ ਦਰਿਆ ਟੱਪ ਕੇ ਜੀਂਦ ਵਾਲਾ ਰਾਜਾ, ਪਟਿਆਲੇ ਵਾਲਾ ਰਾਜਾ, ਜਿਹੜਾ ਅੰਗਰੇਜ਼ਾਂ ਦਾ ਕੌਲੀ ਚੱਟ ਹੈ, ਅੰਗਰੇਜ਼ਾਂ ਦਾ ਕੌਲੀ ਚੱਟ, ਇਹ ਉਹਨਾਂ ਦੇ ਕੋਲ ਸੀ। ਜਦੋਂ ਰਾਜ ਭਾਗ ਉਹਨਾਂ ਕੋਲ ਆ ਗਿਆ, ਜੌਰ ਪੰਚਮ ਆਇਆ ਦਿੱਲੀ, ਜੌਰ ਪੰਚਮ, ਤੇ ਗੁਰੂ ਕੇ ਸਿੱਖੋ ਰਾਜਾ ਭੁਪਿੰਦਰ ਸਿੰਘ ਨੇ ਸਿਰ ਝੁਕਾ ਦਿੱਤਾ। ਰਾਜਾ ਤੇਰਾ ਧੰਨਵਾਦ, ਤੂੰ ਸਾਡਾ ਗਰੀਬਾਂ ਦਾ ਭਲਾ ਕਰਨ ਵਾਸਤੇ ਆਇਆ ਹੈ। ਬਦਕਿਸਮਤੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਇਹਨਾਂ ਠੇਠਰਾਂ ਨੂੰ ਭੁੱਲ ਗਈਆਂ। ਰਾਜੇ ਦੇ ਤਵਲੇ ਚੜਦਾ ਹੈ। ਆਨੰਦਪੁਰ ਦਾ ਹੋਲਾ ਮੱਲਾ ਆਇਆ। ਗੁਰੂ ਕੇ ਸਿੱਖੋ, ਪ੍ਰਬੰਧ ਅੰਗਰੇਜ਼ਾਂ ਦੇ ਕੋਲ ਹੈ।
ਇਹਨਾਂ ਨੇ ਇੱਕ ਪਾਦਰੀ ਸੱਦਿਆ। ਪਾਦਰੀ ਹੁਣ ਤਾਂ ਖਾਲਸੇ ਦਾ ਰਾਜ ਹੈ। ਉਦੋਂ ਪਾਦਰੀ ਆਇਆ। ਆਨੰਦਪੁਰ ਅਕਾਲ ਤਖਤ ਦੇ ਦਰਵਾਜ਼ੇ ਦੇ ਸਾਹਮਣੇ 2-4 ਕਰਮਾਂ ਪਿਛਾਂ ਕਰਕੇ ਪਾਦਰੀ ਨੇ ਉੱਚੀ ਮਚਾਂਗ ਕਰ ਲਈ। ਜਿਵੇਂ ਤੁਸੀਂ ਮੱਕੀ ਬੀਜਦੇ ਹੋ, ਤੁਸੀਂ ਬਾਜਰਾ ਬੀਜਦੇ ਹੋ, ਉਹਦੇ ਤੋਤੇ ਡਾਉਣ ਵਾਸਤੇ ਮਚਾਂਗ ਬਣਾਉਂਦੇ ਹੋ। ਉਹਨਾਂ ਵਾਸਾਂ ਦੀ ਮਚਾਂਗ ਬਣਾ ਲਈ। ਉੱਤੇ ਉਹਨੇ ਪਰਾਲੀ ਪਾ ਲਈ, ਉੱਤੇ ਦਰੀਆਂ ਵਿਛਾ ਦਿੱਤੀਆਂ ਤੇ ਪਾਂਦਰੀ ਉੱਤੇ ਚਲਿਆ ਗਿਆ। ਕਲਗੀਧਰ ਪਾਤਸ਼ਾਹ ਦਾ ਦਰਬਾਰ ਹੋਵੇ ਤੇ ਪਾਂਦਰੀ ਉੱਤੇ ਚਲਿਆ ਗਿਆ। ਪਹਿਲਾਂ ਤਾਂ ਪੌਣਾ ਘੰਟਾ ਉਹਨੇ ਈਸਾ ਦਾ ਪ੍ਰਚਾਰ ਕੀਤਾ। ਈਸਾ ਬੜੀ ਮਹਾਨ ਰੂਹ ਹੈ, ਤੁਸੀਂ ਈਸਾ ਨੂੰ ਮੰਨੋ, ਈਸਾ ਤੁਹਾਡੀ ਦਰਗਾਹ ਵਿੱਚ ਸੁਣੇਗਾ, ਤੁਹਾਨੂੰ ਦੋਜਕਾਂ ਦੀ ਮਾਰ ਤੋਂ ਬਚਾਵੇਗਾ। ਜਿਹਦੇ ਘਰ ਬੈਠੇ ਉਹਦੇ ਸੋਲੇ ਭੁੱਲ ਗਏ, ਮੂੰਹ ਤੇ ਦਾੜੀਆਂ ਤੇ ਸਾਡੇ ਤੇ ਕਿਹੜੇ ਕਾਇਦੇ ਕਾਨੂੰਨ ਠਾਪੇ ਜਾ ਰਹੇ ਨੇ। ਬੰਦਾ ਉੱਲੂ ਬਣ ਗਿਆ। ਇਹਨਾਂ ਝੁੱਡੂਆਂ ਨੂੰ ਸਰੋਪੇ ਦੇ ਕੇ ਸਨਮਾਨਿਤ ਪਿਆ ਕਰਦਾ ਹੈ। ਲਾਂਤ ਤੇਰੇ, ਦਾੜੀ ਰੱਖੀ ਹੋਵੇ, ਗਾਤਰਾ ਪਾਇਆ ਹੋਵੇ, ਸਾਡੀ ਜ਼ਿੰਦਗੀ ਦਾਅ ਤੇ ਲੱਗੀ ਹੋਵੇ, ਸਾਡੇ ਮਰਦਾਂ ਨੂੰ ਕਰਨਾਲ ਵਿੱਚ ਕੁੱਟਿਆ ਜਾਵੇ ਤੇ ਤੁਸੀਂ ਇਹਨਾਂ ਰਾਜਨੀਤੀ ਬੰਦਿਆਂ ਦਾ ਪਾਣੀ ਭਰਦੇ ਫਿਰੋ। ਇਹਦੇ ਨਾਲੋਂ ਡੁੱਬ ਕੇ ਮਰ ਜਾਣਾ ਚੰਗਾ ਹੈ। ਗੁਰੂ ਕੇ ਸਿੱਖੋ, ਆਪਾਂ ਉਸ ਮਰਦ ਦੇ ਜਾਏ ਆ। ਮੈਂ ਰਾਤ ਲਿਖਿਆ ਸੀ, ਮੈਨੂੰ ਕੰਠ ਨਹੀਂ ਹੈ ਪਰ ਮੇਰਾ ਮਨ ਕਰਦਾ ਹੈ ਮੈਂ ਤੁਹਾਨੂੰ ਸੁਣਾਵਾਂ ਜ਼ਰੂਰ। ਮੈਂ ਲਿਖਿਆ ਸੀ, ਸਾਨੂੰ ਠੋਕਿਆ ਕਿੱਕਰ ਵਿੱਚ ਵਾਂਗ ਫਾਨੇ, ਸੁੱਕੀ ਲੱਕੜ ਵਾਂਗ ਸਾਨੂੰ ਇਹ ਪਾੜਦੇ ਰਹੇ। ਹੱਥ ਲੈ ਬੰਕਾ ਲੱਕੜ ਵਿੱਚ ਪਾਈ ਸਾਟੀ ਤੇ ਸਾਡੀਆਂ ਜੜ੍ਹਾਂ 'ਚ ਮਾਰਦੇ ਰਹੇ। ਅਜੇ ਕੱਲ ਦੀ ਗੱਲ ਕਰਨਾਲ ਲੋਕੋ, ਬੈਠੇ ਸਿਦਕ ਵਾਲੇ, ਬੈਠੇ ਅਣਖ ਵਾਲੇ, ਬੈਠੇ ਕਿਸਮਤ ਦਾ ਪਹਾੜਾ ਵਿਚਾਰਦੇ ਰਹੇ। ਇੰਨੇ ਚਿਰ ਨੂੰ ਖਹਿਰਾ ਗਦਾਰ ਆਇਆ। ਹੱਥ ਲੈ ਬੰਕਾ ਤੇ ਸੱਟ ਆਪਣਿਆਂ ਦੇ ਸਿਰਾਂ ਵਿੱਚ ਮਾਰਦੇ ਰਹੇ। ਪਤਾ ਇਹਨਾਂ ਨੂੰ ਮਾਲ ਵਿਕਾਊ ਵਾਲਾ, ਬੰਦਾ ਵੇਖ ਕੇ ਮਾਮਲੇ ਤਾਰਦੇ ਰਹੇ। ਪਤਾ ਇਹਨਾਂ ਨੂੰ ਮਾਲ ਵਿਕਾਊ ਵਾਲਾ, ਬੰਦਾ ਵੇਖ ਕੇ ਮਾਮਲੇ ਤਾਰਦੇ ਰਹੇ। ਕੁਝ ਵਿਕੇ ਦਿੱਲੀ, ਕੁਝ ਵਿੱਚ ਜੈਤੋ, ਯਾਰ ਖੂਹਾਂ ਵਿੱਚ ਪਾ ਕੇ ਸਾਨੂੰ ਮਾਰਦੇ ਰਹੇ। ਗੁਰੂ ਕੇ ਸਿੱਖੋ, ਕੌਲੀ ਚੱਟ ਕਈ ਸੁੰਦਰ ਗਦਾਰ ਹੋ ਗਏ। ਬਾਗ ਜ਼ਿਲ੍ਹੇ ਵਿੱਚ ਅਣਖ ਨੂੰ ਆਰਦੇ ਰਹੇ। ਸਮਾਂ ਆਇਆ ਤੇ ਸਮੇਂ ਨੇ ਲਈ ਕਰਵਟ, ਸਮਾਂ ਆਇਆ ਤੇ ਸਮੇਂ ਨੇ ਲਈ ਕਰਵਟ। ਲੈ ਗ੍ਰੰਥਾਂ ਨੂੰ ਪਾੜਦੇ ਰਹੇ। ਸਾਡੇ ਖੂਨ ਨੇ ਉਦੋਂ ਉਬਾਲ ਖਾਦਾ, ਬਹਿ ਬਗਰਾੜੀ ਵਿੱਚ ਸਮਾਂ ਵਿਚਾਰਦੇ ਰਹੇ। 12 ਲੱਖ ਦਾ ਕੱਟ ਸੀ ਵਿੱਚ ਚੰਬੇ, 12 ਲੱਖ ਦਾ ਕੱਟ ਸੀ ਵਿੱਚ ਚੰਬੇ। ਹੱਥ ਲੈ ਬੰਕਾ ਦਾਦੂਵਾਲ ਵਰਗੇ ਖਿੱਚ ਕੇ ਪਿੱਠ ਵਿੱਚ ਪੰਥ ਦੇ ਮਾਰਦੇ ਰਹੇ। ਕੌਮ ਸ਼ੇਰਾਂ ਦੀ ਭੇਡਾਂ ਵਿੱਚ ਆਣ ਰਲੀਆਂ, ਅਸੀਂ ਹਰ ਵਾਰੀ ਭੇਡਾਂ ਤੋਂ ਹਾਰਦੇ ਰਹੇ। ਇਹ ਨਹੀਂ ਕੌਮ ਪੰਜਵੜ ਗੁਲਾਮ ਹੁੰਦੀ, ਬਦਕਿਸਮਤੀ ਆਪਣੇ ਮਾਰਦੇ ਰਹੇ, ਬਦਕਿਸਮਤੀ ਆਪਣੇ ਮਾਰਦੇ ਰਹੇ। ਸਾਨੂੰ ਮਾਰਿਆ ਹੀ ਆਪਣੇ ਨੇ, ਸਾਨੂੰ ਕੋਈ ਨਹੀਂ ਮਾਰ ਸਕਦਾ। ਹੋਵੇ ਕਲਗੀਧਰ ਪਾਤਸ਼ਾਹ ਦਾ ਸਿੱਖ ਤੇ ਗੁਰੂ ਕੇ ਸਿੱਖੋ ਕਿਸੇ ਤੋਂ ਡਰੇ। ਗੁਰੂ ਕੇ ਸਿੱਖੋ ਮਚਾਂਗ ਤੇ ਚੜ ਗਿਆ। ਪੌਣਾ ਘੰਟਾ ਪਾਦਰੀ ਨੇ ਈਸਾ ਦਾ ਪ੍ਰਚਾਰ ਕੀਤਾ। ਮੁੜ ਕੇ ਖੀਸੇ ਚੋਂ ਕੱਢੀ ਚਾਹ ਪੱਤੀ, ਉੱਚੀ ਦੇਣੀ ਵਿਖਾ ਕੇ ਕਹਿੰਦਾ, ਉਹ ਦੁਨੀਆ ਦੇ ਲੋਕੋ, ਆ ਜਿਹੜੀ ਚਾਹ ਪੱਤੀ ਮੈਂ ਤੁਹਾਡੇ ਵਾਸਤੇ ਬਾਹਰੋਂ ਲੈ ਕੇ ਆਇਆ ਹੈ, ਇਹ ਈਸਾ ਨੇ ਸੁਗਾਤ ਭੇਜੀ ਹੈ। ਕਿਤੇ ਇੱਕ ਘੁੱਟ ਪੀਓ ਤੇ ਤੁਹਾਨੂੰ ਵਾਸੀ ਨਹੀਂ ਆਵੇਗੀ। ਇੱਕ ਨਿਹੰਗ ਸਿੰਘ ਗੁਰੂ ਕੀਆਂ ਲਾਡਲੀਆਂ ਫੌਜਾਂ ਚੜ੍ਹਦੀ ਕਲਾ ਵਾਲਾ ਗਾੜੀ ਬੈਠਾ ਸੀ। ਉਹਨੇ ਮਚਾਂਗ ਨੂੰ ਹੱਥ ਪਾਇਆ, ਇੱਕੇ ਦਾ ਮਾਰੀ ਛਾਲ ਤੇ ਮਚਾਂਗ ਤੇ ਚੜ ਗਿਆ। ਤਲਵਾਰ ਕੀਤੀ ਬੇਮਿਆਨੀ, ਤਲਵਾਰ ਦਾ ਭਰਮਾ ਵਾਰ ਕੀਤਾ ਤੇ ਧੌਣ ਲਾ ਕੇ ਮਾਂਦਰੀ ਦੀ ਟੰਗ ਕੇ ਨੇਜੇ ਤੇ ਕਾਲ ਤਖਤ ਆ ਗਿਆ। ਧੌਣ ਲਾ ਕੇ ਮਾਂਦਰੀ ਦੀ ਨੇਜੇ ਤੇ ਟੰਗੀ ਤੇ ਕਾਲ ਤਖਤ ਆ ਗਿਆ। ਇੱਥੇ ਬੈਠਾ ਸੀ ਬਾਬਾ ਫੂਲਾ ਸਿੰਘ, ਅਕਾਲੀ ਜਥੇਦਾਰ। ਜਦੋਂ ਤਾਰਾਂ ਖੜਕੀਆਂ, ਭੁਚਾਲ ਆ ਗਿਆ, ਅੰਗਰੇਜ਼ਾਂ ਦੇ ਪੈਰਾਂ ਥੱਲੇੋਂ ਮਿੱਟੀ ਸਰਕਣ ਲੱਗੀ। ਸਾਡੇ ਪਾਂਦਰੀ ਦਾ ਸਿਰ ਵੱਢ ਕੇ ਨਿਹੰਗ ਸਿੰਘ ਲੈ ਗਿਆ ਹੈ। ਜਦੋਂ ਗੱਲ ਸ਼ੇਰੇ ਪੰਜਾਬ ਕੋਲ ਆਈ, ਤੇਰੇ ਇਲਾਕੇ ਦਾ ਬੰਦਾ ਆਇਆ ਹੈ, ਦਰਿਆ ਟੱਪ ਕੇ ਆਇਆ ਹੈ, ਸਾਡਾ ਸਿਰ ਵੱਢ ਕੇ ਲੈ ਗਿਆ, ਇਹਦਾ ਕੋਈ ਟੰਗ ਤਰੀਕਾ ਕੀਤਾ ਜਾਵੇ। ਜਦੋਂ ਪਤਾ ਲੱਗਾ ਵੀ ਇਹ ਤਾਂ ਕਾਲੀ ਫੂਲਾ ਸਿੰਘ ਦਾ ਜਥੇਦਾਰ ਹੈ, ਹੱਥ ਜੋੜ ਕੇ ਸ਼ੇਰੇ ਪੰਜਾਬ ਨੇ ਆਖਿਆ, ਮੈਂ ਕੁਝ ਨਹੀਂ ਕਰ ਸਕਦਾ। ਜਿੱਥੇ ਅਕਾਲ ਦਾ ਜਥੇਦਾਰ ਹਾਂ ਕਰ ਦੇਵੇ, ਮੈਂ ਕਹਣਾ ਰਾਜ ਪਾਗ ਦੀ ਕਿਹੜੀ ਗੱਲ ਹੈ। ਅੱਜ ਮੇਰੇ ਕੋਲ ਹੈ, ਕੱਲ ਕਿਸੇ ਹੋਰ ਕੋਲ ਹੋਵੇਗਾ। ਜਿਹੜਾ ਦੁਨੀਆ ਦਾ ਰਾਜ ਪਾਗ ਹੈ ਉਹ 20 ਸਾਲ ਚੱਲਦਾ ਜੇ, 10 ਸਾਲ ਚੱਲਦਾ ਜੇ। ਜਿਹੜਾ ਅਕਾਲ ਦਾ ਤਖਤ ਹੈ, ਜਿੱਥੋਂ ਕਾਲੀ ਫੂਲਾ ਸਿੰਘ ਨੇ ਫਰਮਾਨ ਕੀਤਾ, ਮਰਦ ਨੇ ਸਿਰ ਲਾ ਕੇ ਲੈ ਆਂਦਾ, ਮੈਂ ਇੱਧਰ ਨਹੀਂ ਵੇਖ ਸਕਦਾ। ਜਦੋਂ ਸ਼ੇਰੇ ਪੰਜਾਬ ਨੇ ਹੱਥ ਖੜੇ ਕਰ ਦਿੱਤੇ, ਗੁਰੂ ਕੇ ਸਿੱਖੋ, ਅੰਗਰੇਜ਼ ਇੰਨੇ ਡਰੇ, ਉਹਨਾਂ ਨੇ ਆ ਕੇ ਹੱਥ ਜੋੜ ਕੇ ਤੇ ਅਕਾਲ ਤਖਤ ਦੀ ਧਰਤੀ ਦੇ ਵਿੱਚ ਕੁੰਜੀਆਂ ਆਨੰਦਪੁਰ ਦੀਆਂ ਕਾਲੀ ਫੂਲਾ ਸਿੰਘ ਦੀ ਝੋਲੀ 'ਚ ਪਾ ਦਿੱਤੀਆਂ। ਬਾਬਾ ਸਾਡੇ ਕੋਲੋਂ ਸਿਰ ਨਹੀਂ ਵਢਾਏ ਜਾਂਦੇ, ਅੱਜ ਤੋਂ ਪ੍ਰਬੰਧ ਵੀ ਤੁਸੀਂ ਕਰ ਦਿਓ। ਗੁਰੂ ਕੇ ਸਿੱਖੋ, ਇੱਕ ਚਾਹ ਪੱਤੀ ਤੋਂ ਗੱਲ ਸ਼ੁਰੂ ਹੋਈ,
ਖਾਲਸੇ ਨੇ ਧੌਣ ਵੜ ਦਿੱਤੀ ਤੇ ਅੱਜ ਬਦਕਿਸਮਤੀ ਢਲਿਆਈ ਇੰਨੀ ਆ। ਕੀ ਹੋਇਆ ਜੀ? 4 ਸਰੋਪੇ ਪਾ ਦਿੱਤੇ। ਕੀ ਹੋਇਆ ਜੀ? ਸ੍ਰੀ ਸਾਹਿਬ ਪਾ ਦਿੱਤੀ। ਤੁਸੀਂ ਤਾਂ ਗਾਲੀ ਪੈ ਗਏ ਹੋ। ਉਹ ਗੁਲਾਮੀ ਦੀ ਜ਼ਿੰਦਗੀ ਏਡੀ ਮਾਰੀ ਹੈ। ਤੁਸੀਂ ਲੰਗਰ ਵਿੱਚ ਵੇਖੋ ਜਾ ਕਰਕੇ, ਚਾਹ ਤੋਂ ਲੈਣ ਨਹੀਂ ਟੁੱਟਦੀ। ਚਾਹ ਤੋਂ ਅੱਜ ਇੱਕ ਬੰਦਾ ਚਾਹ ਲੈ ਕੇ ਆਇਆ, ਉਹਦੀ ਧੌਣ ਵੱਢ ਕੇ ਕਾਲੀ ਫੂਲਾ ਸਿੰਘ ਦੇ ਪੇਸ਼ ਕਰ ਦਿੱਤਾ ਗਿਆ। ਗੁਲਾਮੀ ਦੀ ਜ਼ਿੰਦਗੀ ਏਡੀ ਮਾਰੀ। ਅੱਜ ਜਿਹੜੇ ਵੀ ਲੰਗਰ 'ਚ ਤੁਸੀਂ ਚਲੇ ਜਾਓ, ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ। ਕੋਈ ਉੱਠਦਾ ਚਾਹ ਨਹੀਂ ਬਣੀ। ਉਹ ਚਾਹ ਲਿਆ। ਗੁਰੂ ਕੇ ਸਿੱਖੋ, ਇਹ ਗੁਲਾਮੀ ਦੀ ਜ਼ਿੰਦਗੀ ਹੈ। ਅੱਜ ਗੁਲਾਮ ਤੁਸੀਂ ਹੋ ਗਏ, ਕੱਲ ਨੂੰ ਤੁਹਾਨੂੰ ਕੋਈ ਜੀਣ ਨਹੀਂ ਦੇਵੇਗਾ। ਐਵੇਂ ਤੇਵੇਂ ਜਦੋਂ ਗੋਰਿਆਂ ਨੇ ਰਾਜ ਭਾਗ ਛੱਡਿਆ, ਪਾਕਿਸਤਾਨ, ਅਫਗਾਨਿਸਤਾਨ, ਇਹ ਇੱਧਰ ਕਰ ਦਿੱਤਾ, ਇੱਕ ਪਾਸੇ ਜਨਾਹ ਆ ਗਏ। ਅੱਜ ਦੁਨੀਆ ਦੇ ਝੁੱਡੂ ਲੋਕ ਬਾਘਾ ਬਾਰਡਰ ਤੇ ਝੰਡਾ ਲਹਿਦਾ ਵੇਖਣ ਜਾਂਦੇ ਨੇ। ਸਾਨੂੰ ਸੰਤ ਜੀ ਪੜ੍ਹਾਉਂਦੇ ਸਨ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਤੇ ਵਿਚਕਾਰ ਆ ਗਿਆ ਪਾਗਲਖਾਨਾ। ਹੁਣ ਜਨਾਹ ਜੀ ਗਏ, ਉਹਨਾਂ ਪਾਗਲਾਂ ਨੂੰ ਕਹਿਣ ਲੱਗੇ ਵੀ ਅੱਧ ਵਿਚਕਾਰ ਪਾਗਲਖਾਨਾ ਆ ਗਿਆ ਜੇ, ਅਸੀਂ ਅੱਧ ਵਿਚਕਾਰ ਕੰਢ ਕੱਢਣੀ ਹੈ। ਤੁਸੀਂ ਦੱਸੋ ਵੀ ਪਾਕਿਸਤਾਨ ਵਾਲੇ ਪਾਸੇ ਰਹਿਣਾ ਕਿ ਹਿੰਦੁਸਤਾਨ ਵਾਲੇ ਪਾਸੇ ਰਹਿਣਾ ਹੈ? ਉਹ ਪਾਗਲ ਚੰਗੇ ਸਨ, ਅਸੀਂ ਪਾਗਲ ਚੰਗੇ ਆ। ਅਸੀਂ ਕੀ ਲਿਆ ਆਜ਼ਾਦੀ ਨੂੰ ਖੱਟ ਕਰਕੇ? ਏਡੇ ਕਾਇਦੇ ਕਾਨੂੰਨ ਸਾਡੇ ਤੇ ਥੋਪ ਦਿੱਤੇ ਗਏ। ਪੰਜਾਬ ਦੀ ਧਰਤੀ ਦੇ ਉੱਤੇ ਇਹਨਾਂ ਬੁੱਚੜਾਂ ਦੀ ਔਲਾਦਾਂ ਨੇ 35 ਰੁਪਏ ਗੰਨੇ ਦਾ ਰੇਟ ਵਧਾਇਆ ਤੇ ਪੌਣੇ 300 ਕੁਇੰਟਲ ਮਗਰ ਬੋਰੀ ਵਧਾ ਦਿੱਤੀ ਹੈ। ਪੌਣੇ 300 ਰੁਪਈਆ ਕੁਇੰਟਲ ਦੇ ਮਗਰ ਖੰਡ ਵਧਾ ਕੇ ਰੱਖ ਦਿੱਤੀ ਹੈ। ਪਤਾ ਨਹੀਂ ਗੰਨਾ ਕਿਸੇ ਨੇ ਲਾਉਣਾ ਜਾਂ ਨਹੀਂ ਲਾਉਣਾ, ਸਾਲ ਬਾਅਦ ਆਉਣਾ ਜਾਂ ਨਹੀਂ ਆਉਣਾ, ਪਰ ਖੰਡ ਤਾਂ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਹੈ। ਖੰਡ ਸੈਂਟਰ ਦਾ ਫਰਮਾਨ ਹੈ, 200 ਰੁਪਈਆ ਤੇਲ ਸੈਂਟਰ ਦਾ ਫਰਮਾਨ ਹੈ। ਗੁਰੂ ਕੇ ਸਿੱਖੋ, ਜਦੋਂ ਸੰਵਿਧਾਨ ਬਣਿਆ, ਸਾਡੇ ਸੰਵਿਧਾਨ ਦੇ ਵਿੱਚ 2 ਚੀਜ਼ਾਂ ਸਨ, ਇੱਕ ਕਣਕ ਤੇ ਇੱਕ ਝੋਨਾ। ਇਹ 2 ਚੀਜ਼ਾਂ ਬੰਦਾ ਸਟੋਰ ਕਰ ਸਕਦਾ ਸੀ। ਜਿਹੜੀ ਡਾਕਟਰ ਅੰਬੇਦਕਰ ਨੇ ਗੱਲ ਆਖੀ ਸੀ, ਬਾਕੀ ਚੀਜ਼ਾਂ ਸਟੋਰ ਨਹੀਂ ਕਰ ਸਕਦਾ, ਕਿਉਂਕਿ ਇਹ ਖੇਤੀ ਦਾ ਇਲਾਕਾ ਹੈ, ਇਹ ਨਿਰਭਰ ਆਪਣੇ ਆਪ ਤੇ ਹੈ। 2 ਚੀਜ਼ਾਂ ਸਟੋਰ ਹੋ ਸਕਦੀਆਂ ਸਨ। ਉਹ ਵੀ 2 ਚੀਜ਼ਾਂ ਜਿਹੜੀਆਂ ਸਨ, ਉਹ ਨਾ ਤਾਂ ਕਿਸੇ ਪੈਸੇ ਵਟਣ ਵਾਸਤੇ ਸਟੋਰ, ਉਹ ਕੁਦਰਤੀ ਆਫਤ ਆ ਜਾਵੇ, ਹਨੇਰ ਆ ਜਾਵੇ, ਭੁਚਾਲ ਆ ਜੇ, ਧਰਤੀ ਪਾੜ ਜਾਵੇ, ਇੱਕ ਦੇਸ਼ ਦੂਜੇ ਦੇਸ਼ ਤੇ ਹਮਲਾ ਕਰ ਦੇਵੇ, ਤੇ ਸਰਕਾਰ ਦਾ ਕੰਮ ਹੈ ਮੋਦੀ ਖਾਨੇ ਦੇ ਦਰਵਾਜ਼ੇ ਖੋਲ੍ਹ ਦੇਣਾ। ਉਹਦੇ ਵਿੱਚੋਂ ਉਹ ਫ੍ਰੀ ਦਿੱਤੀਆਂ ਜਾਂਦੀਆਂ ਸਨ, ਕਿਉਂਕਿ ਗੁਰੂ ਕੇ ਸਿੱਖੋ ਹੋਰ ਸਾਰਾ ਕੁਝ ਹੋ ਜਾਏਗਾ, ਇੱਕ ਕੇਵਲ ਤੇ ਕੇਵਲ ਰੋਟੀ ਤੋਂ ਬਗੈਰ ਕੋਈ ਗੁਜ਼ਾਰਾ ਨਹੀਂ ਜੇ। ਇਹਨੂੰ ਤਾਂ ਬਾਬੇ ਫਰੀਦ ਨੇ ਵੀ ਆਖਿਆ, ਫਰੀਦਾ ਮੂੰਹ ਤੋਂ ਭੁੱਖ ਬੁਰੀ, ਰਾਤੀ ਸੁੱਤਾ ਖਾ ਕੇ ਦਿਨੇ ਫੇਰ ਖੜੀ। ਇਹ 2 ਚੀਜ਼ਾਂ ਦਾ ਸਟੋਰ ਸੀ। ਬਦਕਿਸਮਤੀ ਇਹਨਾਂ ਲਾਣੇਦਾਰਾਂ ਨੂੰ ਸਮਝਾ ਦਿਆਂ ਜਿਨ੍ਹਾਂ ਨੂੰ ਤੁਸੀਂ ਸਰੋਪੇ ਪਾਉਂਦੇ ਹੋ। 24 ਚੀਜ਼ਾਂ ਸਟੋਰ ਹੋ ਗਈਆਂ। 24 ਚੀਜ਼ਾਂ ਗੰਡੇ ਇਹਨਾਂ ਨੇ ਸਟੋਰ ਕਰ ਦਿੱਤੇ ਨੇ। ਗੁਰੂ ਕੇ ਸਿੱਖੋ, ਆਪਾਂ ਨਾਗਪੁਰ ਜਾਂਦੇ ਆ, ਉੱਥੇ ਸੇਬ ਬੜਾ ਹੈ। 43 ਰੁਪਏ ਅਡਾਨੀ ਤੇ ਅਬਾਂਦੀ ਨੇ ਸਾਰੇ ਇਹਨਾਂ ਬਾਗਾਂ ਦਾ ਠੇਕਾ ਮਾਰਿਆ ਜੇ, ਤੇ ਤੁਹਾਡੇ ਬਾਜ਼ਾਰਾਂ ਵਿੱਚ ਆਏ ਤੇ 250 ਰੁਪਏ ਕਿਲੋ ਤੁਹਾਨੂੰ ਮਿਲਦੇ ਨੇ। ਇਹ ਧੱਕਾ ਨਹੀਂ। ਮਿਹਨਤ ਤੁਸੀਂ ਕਰੋ, ਤੁਸੀਂ ਮਿਹਨਤ ਕਰੋ ਤੇ ਫਾਇਦਾ ਕੋਈ ਲੈ ਜਾਏ। ਐਵੇਂ ਤੇਵੇਂ ਗੁਰੂ ਕੇ ਸਿੱਖੋ, ਅੱਜ ਕੋਈ ਬਾਤ ਨਹੀਂ ਜੇ ਪੁੱਛਦਾ। 43 ਰੁਪਏ ਕਿਲੋ ਇਹ ਸੇਬ ਖਰੀਦਦੇ ਨੇ, 250 ਰੁਪਏ ਤੁਹਾਨੂੰ ਦਿੰਦੇ ਨੇ, 200 ਰੁਪਏ ਇਹਨਾਂ ਨੇ ਤੇਲ ਕਰ ਦਿੱਤਾ ਜੇ, ਗੰਡਾ ਇਹਨਾਂ ਨੇ ਸਟੋਰ ਕਰ ਲਿਆ ਜੇ। 24 ਚੀਜ਼ਾਂ ਸਟੋਰ ਕਰਕੇ ਰੱਖ ਦਿੱਤੀਆਂ ਜੇ। ਇਹਨਾਂ ਦੀ ਥਿਊਰੀ ਇੱਕੋ ਹੀ ਜੇ, ਤੁਸੀਂ ਉੱਠੋ, ਹਾਏ ਰੋਟੀ, ਹਾਏ ਰੋਟੀ, ਤੁਹਾਨੂੰ ਰੋਟੀ ਦਾ ਟੁੱਕ ਮਿਲ ਜਾਏ, ਤੁਸੀਂ ਗੁਰੂ ਕੇ ਸਿੱਖੋ ਫੇਰ ਸੌਂ ਜਾਓ। ਮੈਂ ਯਾਦ ਕਰਾ ਦਿਆਂ, ਜਦੋਂ ਕੁੱਤਾ ਹਲਕ ਜਾਵੇ ਨਾ, ਕੁੱਤਾ ਹਲਕ ਜਾਵੇ, ਭਾਵੇਂ ਜਿੱਡਾ ਮਰਜ਼ੀ ਵਫਾਦਾਰ ਹੋਵੇ, ਮਾਲਕ ਨੂੰ ਦਵਾਈ ਪਾ ਕੇ ਮਾਰਨਾ ਪੈਂਦਾ ਹੈ। ਜੇ ਕੁੱਤਾ ਨਹੀਂ ਮਾਰਦੇ, ਉਹ ਤੁਹਾਨੂੰ ਮਾਰ ਕੇ ਰੱਖ ਦੇਵੇਗਾ। ਇਹ ਕੁੱਤੇ ਹਲਕਾਏ ਗਏ ਨੇ। ਮੈਂ ਦਾਅਵੇ ਨਾਲ ਕਹਿਣਾ, ਗੁਰੂ ਕੇ ਸਿੱਖੋ, ਜੇ ਅੱਜ ਤੁਸੀਂ ਨਾ ਖਲੋਤੇ ਤੇ ਇਹਨਾਂ ਦਾ ਡੰਗ ਇੰਨਾ ਕੁ ਤੇਜ਼ ਜੇ। 2 ਚੀਜ਼ਾਂ ਨੇ, ਇੱਕ ਤਾਂ ਕੁੱਤੇ ਦੀ ਪੂਛ ਲੰਮੀ ਹੋ ਜਾਂਦੀ ਜੇ, ਦੂਜੀ ਉਹਦੇ ਮੂੰਹ ਚੋਂ ਹੰਕਾਰ ਦੀ ਝੱਗ ਵਗਦੀ ਜੇ। ਤੇ ਇਹਨਾਂ ਦੀਆਂ ਨਿਸ਼ਾਨੀਆਂ ਇਹੋ ਨੇ। ਗੁਰੂ ਕੇ ਸਿੱਖੋ, 9 ਮਹੀਨੇ ਹੋ ਗਏ ਨੇ ਸਾਨੂੰ ਉੱਥੇ ਬੈਠਿਆਂ ਨੂੰ। ਤਸ਼ੱਦਦ ਸਾਡੇ ਤੇ ਕੀਤਾ ਜਾ ਰਿਹਾ ਹੈ। ਬਦਕਿਸਮਤੀ ਹੈ, ਖਾਲਸੇ ਨੇ ਕਦੀ ਧਰਨਾ ਨਹੀਂ ਲਾਇਆ। ਮੈਂ ਤੁਹਾਡੇ ਨਾਲ ਜਿਹੜੀ ਗੱਲ ਕੀਤੀ, ਮੇਰਾ ਸਮਾਂ ਹੋਣ ਵਾਲਾ ਹੈ, ਮੈਂ ਫਤਿਹ ਬੁਲਾ ਦਿਆਂਗਾ। ਜਦੋਂ ਗੋਰਿਆਂ ਨੇ ਛੱਡਿਆ, ਵਿਚਕਾਰ ਪਾਗਲਖਾਨਾ ਆ ਗਿਆ। ਜਨਾਹ ਜੀ ਗਏ, ਪਾਗਲਾਂ ਨੂੰ ਕਹਿਣ ਲੱਗੇ ਸਾਡੇ ਵਾਲੇ ਪਾਸੇ ਰਹਿਣਾ ਕਿ ਹਿੰਦੁਸਤਾਨ ਵਾਲੇ ਪਾਸੇ ਰਹਿਣਾ ਹੈ। ਉਹਨਾਂ ਨੇ ਇੱਕ ਡਾਂਗ ਫੜੀ, ਜਨਾਹ ਦੀਆਂ ਖੁੱਚਾਂ 'ਚ ਮਾਰੀ ਤੇ ਜਨਾਹ ਵਾਪਸ ਆ ਗਿਆ। ਮੁੜ ਕੇ ਗਾਂਧੀ ਗਿਆ, ਗਾਂਧੀ ਦੇ ਸਿਰ ਵਿੱਚ ਇੱਟ ਮਾਰੀ। ਇਹਨਾਂ ਗੁੱਸੇ ਵਿੱਚ ਆ ਕੇ ਤੇ ਅੱਧ ਵਿਚਕਾਰ ਕੰਧ ਮਾਰ ਦਿੱਤੀ। ਉਹਨੂੰ ਕਹਿੰਦੇ ਬਾਘਾ ਬਾਰਡਰ। ਅੱਜ ਉਧਰ ਅੱਧੇ ਪਾਗਲ ਬੈਠੇ ਨੇ, ਅੱਧੇ ਪਾਗਲ ਇੱਥੇ ਬੈਠੇ ਨੇ, ਤੇ ਵਿਚਾਰਾਂ ਪਤਾ ਕੀ ਹੁੰਦੀਆਂ ਨੇ? ਪਾਗਲ ਆਪਾਂ ਕਿ ਇਹ ਆ ਜਿਹੜੇ ਆਪਾਂ ਨੂੰ ਵੰਡ ਕੇ ਚਲੇ ਗਏ? ਇਹ ਪਾਗਲ ਲੋਕ ਨੇ। ਗੁਰੂ ਕੇ ਸਿੱਖੋ,
नहीं तो किहड़ी गल है। ਅੰਮ੍ਰਿਤਸਰ एडा जे ਅੰਮ੍ਰਿਤਸਰ विचों 3 ਜ਼ਿਲ੍ਹੇ पाड़ के रख दिते ने, 3 DC बन गए ने, इसे करके बनते ने। इन्हां राजनीति बंदियां दियां चपलां चढ़दे ने, काम तुहाडा कोई हुंदा नहीं है। गुरु के सिखो गलानी एडनी वध गई जे किते हथियार तुसां ना चुके, मैं नहीं आंदा तुसीं बंदूकां चुक लो, 2.5 फुट का डंडा तो हथ विच रखो। गुरु के सिखो निहत्था कोई आउंदा है, असीं परले धरने ते बैठे हाँ शिंगू बार्डर दे उत्ते, उधरले पासे मझीला ने धरना लाया जे। ते गुरु के सिखो सानू साडे वडेरियां दी हिदायत है, पहली गल तां किसे ते वार ना करो, पर जिहड़ा झंडा तुसीं लै करके आउणा जे उहनूं 2.5 फुट की पुरानी निग्गर पा के रखो। ਜਦੋਂ ਲੋੜ पवे झंडा ला के बुझ कर लियो ते पुरानी हथ विच कर लियो। ते डंडे दे वड्डे वड्डे यार होया करदे जे, डंडे दे नाल कुछ काम सूत्र आउंदे ने, जिहड़े काम डंडे नाल सूत्र आउण वाले ने वो डंडे नाल ही आउंदे ने। हुण 22 ਦੀਆਂ इलैक्शन ਦੀਆਂ वोटां आ रहीਆਂ ने, हथ तुहाडे विच है। गुरु के सिखो ਜਦੋਂ अंग्रेज गए इन्हां ने 3 ਥਾਵਾਂ ਤੇ पाड़ के रख दिता, पाकिस्तान, बंगलादेश ते भारत देश बना के रख दिता। एवें तेवें गोरियां दा राज अफगानिस्तान दे विच है। कुछ गोरियां ने अपनियां फौजां तारीਆਂ, ਉਹਦੇ ਵਿੱਚੋਂ तालिबान ਦੇ 52 ਸਿੰਘ ਸਨ। 52 ਸਿੰਘ गुरु के सिखो ਸਿੰਘ मैं तां करके आखदा ਜਿਹੜਾ ਬੰਦਾ हक वास्ते जूझे, ਜਿਹੜਾ ਬੰਦਾ मर्दानगी विखावे, ਉਹਨੂੰ ਤੁਸੀਂ ਦੱਸੋ ਵੀ ਕੀ ਆਖੋਗੇ। ਜਿਹੜਾ ਬੰਦਾ ਕਿਸੇ ਦੀ ਗਲਾਨੀ ਨਾ ਮੰਨੇ ਉਹਨੂੰ ਤੁਸੀਂ ਕੀ ਆਖੋਗੇ। ਜਦੋਂ ਗੋਰਿਆਂ ਨੇ ਕਬਜ਼ਾ ਕੀਤਾ, तालिबान ਤੋਂ ਭਾਵ ਹੈ ਪਾੜੇ ਲੋਕ, ਸੂਝਵਾਨ ਲੋਕ, ਆਪਣੇ ਹੱਕਾਂ ਦੀ ਰਾਖੀ ਕਰਨ ਵਾਲੇ ਲੋਕ 52 ਜਾਣੇ ਸਨ। ਜਦੋਂ ਬਗਾਵਤ ਕੀਤੀ गुरु के सिखो अद बदकिस्मती साढ़े 11 सालों के बच्चे के हथ विच पकाने, 11 साल के बच्चे का सिर मना करके मावां लई फिरदियां ने। मावां तां बच्चे के सिर की गल करदियां, इन्हां तां गुत्तां मना के रख दित्तियां, इन्हां परवट्टे मना के रख दिते। याद रखना गुरु के सिखो तालिबान के लोगों ने 11 साल के बच्चे के हथ विच रिवाल्वर कर दिता, 11 गोलियां भर के उन्हां दे सराणे रख दिता। 11 साल के बच्चे ने आख्या बाबा जदों कोई चढ़ के आवेगा की करांगे, ते उन्हां दे वडेरियां पता की आख्या सी, 11 दियां 11 सिर विच ठोक दिओ, मुड़ के जो होवेगा वेखी जावेगी। 52 जाणियां ने काम शुरू किया, बच्चे तो काम शुरू होया ते गुरु के सिखो अज 74,000 फौज लैके उन्हां ने 3.25 लाख की अमेरिका दियां गोडनियां लवा के रख दित्तियां जे। ये शास्त्र के अधीन है राज, कदे शास्त्र तो बगैर राज नहीं जे मिलता। अज उन्हां ने कब्जा कर लिया जे, तालिबान तो चल करके उन्हां काबल ते कब्जा करके उन्हां दी पार्लीमेंट घेर ली जे। ते जदों उन्हां पार्लीमेंट घेरी है, बदकिस्मती साडे तां पकाने ला के स्वागत करते ने। उन्हां ने रफलां टंग के स्वागत किया जे, रफलां नूं मेज ते रखिया, पूजा करके पहला रफलां नूं नमस्कार कीती, ਜਿਹੜੀਆਂ ਅੱਗ ਉਗਲਦੀਆਂ ਸਨ, ਜਿਨ੍ਹਾਂ ਨੇ ਉਹਨਾਂ ਦੀ ਰਾਖੀ ਕੀਤੀ। ਉਹਦੇ ਤੋਂ ਬਾਅਦ ਮੁੜ ਕੇ ਉਹਨਾਂ ਨੇ ਆਪਣਾ ਕੋਈ ਨੁਮਾਇੰਦਾ ਭੇਜਿਆ ਜਿਹੜਾ ਰਾਸ਼ਟਰਪਤੀ ਬਣ ਗਿਆ। ਗੁਰੂ ਕੇ ਸਿੱਖੋ ਇੱਕ ਵੀਡੀਓ ਕਿਸੇ ਨੇ ਲੀਕ ਕਰ ਦਿੱਤੀ ਹੈ, ਦਿੱਲੀ ਦੀ ਧਰਤੀ ਤੇ ਅਸੀਂ ਲੀੜੇ ਲਾਏ, ਕੇਵਲ ਤੇ ਕੇਵਲ ਜਿਹੜੇ ਗੁਰੂ ਕੇ ਸਿੱਖ ਸਨ ਉਹਨਾਂ ਦੇ ਤੇੜ ਕਸ਼ਹਿਰੇ, ਤੇ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਵੀ ਅਸੀਂ ਮਰ ਚੱਲੇ ਆ, ਸਾਨੂੰ ਨੰਗਿਆ ਨਾ ਕਰ, ਸਾਡੇ ਤੇ ਅਤਿਆਚਾਰ ਨਾ ਕਰ, ਕਿੰਨਾ ਕੁ ਚਿਰ। ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਜੇ ਜਿਹੜੇ ਕੁੱਤੇ ਨੂੰ ਹਲਕਾ ਹੋ ਜਾਏ ਉਹਨੂੰ ਮਾਰਨ ਤੋਂ ਬਗੈਰ ਗੱਲ ਕੋਈ ਨਹੀਂ। ਭਾਵੇਂ ਤੁਸੀਂ ਰਾਜਨੀਤੀ ਬੋਰਡ ਨਾਲ ਮਾਰਦੇ ਹੋ, ਭਾਵੇਂ ਤੁਸੀਂ ਸਰਬਸੰਮਤੀ ਨਾਲ ਮਾਰਦੇ ਹੋ, ਭਾਵੇਂ ਤੁਸੀਂ ਹੱਕ ਕਰਕੇ ਜੂਝ ਕਰਕੇ ਮਾਰਦੇ ਹੋ, ਮਾਰਨਾ ਤੁਹਾਨੂੰ ਪਵੇਗਾ। ਗੁਰੂ ਕੇ ਸਿੱਖੋ ਜੇ ਤੁਸੀਂ ਨਾ ਮਾਰਿਆ ਉਹਦਾ ਤੁਹਾਡੀ ਧੌਣ ਤੇ ਗੂਠਾ ਜੇ, ਹੱਥ ਤੁਹਾਡੇ ਆ ਗਿਆ ਹੈ। ਮੈਂ ਮੋਟੀ ਮਿਸਾਲ ਕਰਦੇ ਹਾਂ, ਅਡਾਨੀ ਤੇ ਅਬਾਨੀ ਦੇ ਕਾਕੇ ਨੂੰ ਚਾਹੀਦਾ 1/2 ਲੀਟਰ ਦੁੱਧ, ਬਦਕਿਸਮਤੀ ਪੂਰੇ ਭਾਰਤ ਦੇ ਵਿੱਚੋਂ 5 ਲੀਟਰ ਦੁੱਧ ਮਿਲਿਆ, ਉਹਨਾਂ 5 ਲੀਟਰ ਦਾ ਨਿੱਪਲ ਲਾ ਕੇ ਤੇ ਆਪਣੇ ਕਾਕਿਆਂ ਦੇ ਮੂੰਹ ਨੂੰ ਲਾ ਦਿੱਤਾ। ਗੁਰੂ ਕੇ ਸਿੱਖੋ ਬਿਹਾਰ ਵਾਲੇ ਗਏ, ਬਾਬਾ ਸਾਡੇ ਵੀ ਲੜਕੇ ਨੇ, ਮੋਦੀ ਨੂੰ ਕਹਿੰਦੇ ਸਾਡੇ ਵੀ ਲੜਕੇ ਨੇ, ਸਾਨੂੰ ਵੀ ਦੁੱਧ ਚਾਹੀਦਾ ਹੈ। ਮੋਦੀ ਨੇ ਆਖਿਆ ਮੈਂ ਤੁਹਾਨੂੰ ਅਡਾਨੀ ਤੇ ਅਬਾਨੀ ਦੇ ਕਾਕੇ ਨੂੰ ਪੁੱਛ ਕੇ ਦੱਸਾਂਗਾ ਦੁੱਧ ਹੈ ਜਾਂ ਨਹੀਂ ਹੈ, ਜੇ ਵਧੇਗਾ ਤੇ ਤੁਹਾਨੂੰ ਦੇ ਦਿਆਂਗਾ। ਪੀਂਦੇ ਨੇ 1/2 ਲੀਟਰ, 4.5 ਲੀਟਰ ਦੁੱਧ ਉਹਨਾਂ ਬਿਹਾਰ ਨੂੰ ਦਿੱਤਾ, 4.5 ਲੀਟਰ ਦੁੱਧ ਉਹਨਾਂ ਤੁਹਾਨੂੰ ਯੂਪੀ ਨੂੰ ਦਿੱਤਾ। ਗੁਰੂ ਕੇ ਸਿੱਖੋ ਮੁੜ ਕੇ ਉਹਨਾਂ ਦਾ ਧਿਆਨ ਹੋ ਗਿਆ ਹਰਿਆਣਾ ਤੇ ਪੰਜਾਬ ਤੇ ਤੁਹਾਡੇ ਵਰਗੇ ਮਰਦਾਂ ਦੇ ਵੱਲ। ਉਹਨਾਂ ਤੁਹਾਡਾ ਦੁੱਧ ਇਕੱਠਾ ਕੀਤਾ ਤੇ ਗੁਰੂ ਕਾ ਖਾਲਸਾ ਕੀ ਕਹਿੰਦਾ ਹੈ, ਉਹ ਕਹਿੰਦਾ ਵੀ ਜੇ ਤੁਹਾਡੇ ਕਾਕੇ ਨੂੰ ਚਾਹੀਦਾ 1/2 ਲੀਟਰ ਦੁੱਧ, ਧੱਕਾ ਅਸੀਂ ਕਰਦੇ ਨਹੀਂ, 5 ਲੀਟਰ ਦੁੱਧ ਹੈ, 1/2 ਲੀਟਰ ਦੁੱਧ ਕੱਢ ਕੇ ਲੈ ਜਾਓ ਤੇ 4.5 ਇੱਥੇ ਪਿਆ ਰਹਿਣ ਦਿਓ। ਇਹ ਕਹਿੰਦੇ ਨਹੀਂ ਜੀ 5 ਲੀਟਰ ਮੂੰਹ ਨੂੰ ਲਾਉਣਾ ਹੈ, ਜਿਹੜਾ ਵਧੇਗਾ ਤੁਹਾਨੂੰ ਦੇ ਦਿਆਂਗੇ। ਹੁਣ ਖਾਲਸਾ ਝੂਠ ਕਿੱਥੋਂ ਖਾਵੇਗਾ? ਨਾ ਖਾਲਸਾ ਝੂਠ ਬੋਲਦਾ ਜੇ, ਨਾ ਖਾਲਸਾ ਝੂਠ ਖਾਂਦਾ ਜੇ। ਮਰਦ ਅਗੰਮੜਿਆਂ ਨੇ ਆਖਿਆ 1/2 ਲੀਟਰ ਕੱਢ ਕੇ ਲੈ ਜਾ, 4.5 ਲੀਟਰ ਆ ਪਿਆ ਹੀ। ਸਾਡੀ ਲੜਾਈ ਇਹੋ ਹੈ,
ਜੇ 4.5 ਲੀਟਰ ਦੁੱਧ ਨੂੰ ਹੱਥ ਪਾਇਆ, ਜਿਹੜੇ ਹੱਥ ਉਸ ਭਾਂਡੇ ਨੂੰ ਪੈਣਗੇ ਅਸੀਂ ਗੁੱਟ ਵੱਢ ਕੇ ਰੱਖ ਦਿਆਂਗੇ। ਇਹ ਖਾਲਸੇ ਦੀ ਨਿਸ਼ਾਨੀ ਹੈ। ਨਾ ਝੂਠਾ ਪੀਤਾ ਜੇ, ਨਾ ਝੂਠਾ ਕਦੇ ਖਾਲਸਾ ਪੀਂਦਾ ਹੈ। ਇਹ ਤੁਸੀਂ ਵੇਖਣਾ ਹੈ। ਇਹ ਨਾ ਕਹੋ ਵੀ ਸਾਨੂੰ ਭੜਕਾ ਕੇ ਚੱਲਿਆ। ਜੇ ਤੁਸੀਂ ਉਦਮ ਉਪਰਾਲਾ ਨਾ ਕੀਤਾ ਤੇ ਗੁਰੂ ਕੇ ਸਿੱਖੋ, ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ 2 ਜਾਣੇ ਸਨ। ਇਹ ਬਾਬੇ ਨਾਨਕ ਦਾ ਧਰਮ ਹੈ। ਪਹਿਲਾਂ ਬਣੀ ਪਰਾ ਲਬਦ, ਪਾਛੇ ਬਣਾ ਸਰੀਰ। ਇਹ ਖਾਲਸੇ ਦਾ ਧਰਮ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ, 1 ਕੁਇੰਟਲ ਕਾਲੀਆਂ ਮਿਰਚਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਮੰਗਾਈਆਂ ਜਾਣ। ਜਦੋਂ ਮੰਗਾਈਆਂ ਗਈਆਂ, ਮੂਲੇ ਧਰ ਅੱਗ ਬਾਲ ਦਿੱਤੀ ਗਈ। ਮੁੜ ਕੇ ਔਰੰਗੇ ਨੂੰ ਆਖਿਆ ਮਿਰਚਾਂ ਛਾਣ, ਬਾਕੀ ਸਾਰਾ ਬੂਰਾ ਬਣ ਗਿਆ। ਉਹਦੇ ਵਿੱਚੋਂ 3 ਕਾਲੀਆਂ ਮਿਰਚਾਂ ਬਚ ਗਈਆਂ। ਕਹਿਣ ਲੱਗਾ ਔਰੰਗਿਆ ਤੂੰ ਕਹਿਣਾ ਮੈਂ 1 ਕਰਨਾ ਹੀ, ਹੁਣ 3 ਹੋਣੇ ਹੀ 3। ਜੇ ਤਾਂ 2 ਸਹਿਮਤੀ ਨਾਲ ਚੱਲਣਗੇ ਤੇ ਠੀਕ ਹੈ, ਨਹੀਂ ਤੇ ਖਾਲਸਾ ਰਾਜ ਕਰੇਗਾ, ਰਾਜ ਖਾਲਸੇ ਦਾ ਰਹੇਗਾ। ਆਪਾਂ ਗੁਰਬਾਣੀ ਤੇ ਅਰਦਾਸ ਵਿੱਚ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ, ਇਹ ਰਾਜ ਕਰੇਗਾ ਖਾਲਸਾ। ਖਾਲਸਾ ਕਦੀ ਕਿਸੇ ਦੇ ਅਧੀਨ ਨਹੀਂ ਹੋਇਆ। ਇਹ ਗੱਲਾਂ ਸੰਤਾਂ ਦੇ ਖਾੜਿਆਂ ਚੋਂ ਮਿਲਦੀਆਂ ਨੇ, ਰੱਬ ਦੇ ਪਿਆਰਿਆਂ ਦੇ ਖਾੜੇ ਚੋਂ ਮਿਲਦੀਆਂ ਨੇ। ਮੈਂ ਬੇਨਤੀ ਕਰਾਂ, ਤੁਹਾਡਾ ਜੋਸ਼ ਬੜਾ ਹੈ। ਜਿਹੜੇ ਉੱਥੇ 40 ਲੱਗੇ ਨੇ ਉਹਨਾਂ ਨੂੰ ਵੀ ਹੱਥ ਜੋੜ ਕਰਕੇ ਬੇਨਤੀ, ਕਿਤੇ ਗਦਾਰਾਂ 'ਚ ਨਾ ਆ ਜਾਏ। ਤੁਸੀਂ ਮਰਦੋ ਲੱਤ ਲਾਈ ਹੈ, ਲੱਤ ਲਾ ਕੇ ਰੱਖਿਓ। ਇਹ ਦੁਨੀਆ ਦੇ ਲੋਕ ਤੁਹਾਡੇ ਨਾਲ ਨੇ, ਉਹਨਾਂ ਨੂੰ ਸਲਾਮਾਂ ਹੋਇਆ ਕਰਦੀਆਂ ਜਿਹੜੇ ਜੰਗ ਦਾ ਰਣ ਮੈਦਾਨ ਜਿੱਤ ਕੇ ਜਾਇਆ ਕਰਦੇ ਨੇ। ਗੁਰਮਤ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ। ਤੁਸੀਂ ਬੈਠੇ ਹੋ, ਪ੍ਰਵਾਨੇ ਹੋ, दीन दुनिया के मालिक के चरणों में आयो, अरदास करो। हम मैले तुम उज्जल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता माधो, हम ऐसे तू ऐसा, हम पापी तुम पाप खंडन, नीको ठाकुर देसा कहो कबीर मेरे माधवा, तू सर्व व्यापी, तुम समसर पई दयाल मोए समसर पापी। ਜਿਹੜਾ ਬੰਦਾ ਤੁਹਾਡੇ ਕੋਲ ਆਵੇ ਉਹਨੂੰ ਕਿਤੇ ਸਿਰ ਪਾਉ ਭੇਟਾ ਕਰਨ ਲੱਗੋ ਤੇ ਹੋਵੇ ਇਸ ਲਾਣੇ ਦਾ ਮਾਰਿਆ, ਇਹਨਾਂ ਦਾ ਹੱਕ ਰੱਖਦਾ ਹੋਵੇ, ਉਹਨੂੰ ਕਿਤੇ ਖਿਲਾਰ ਕੇ ਪੁੱਛੋ ਵੀ ਬਦਾਈ ਦੀ ਧਰਤੀ ਤੇ ਇੱਕ ਨੌਜਵਾਨ ਇਸਤਰੀ ਜਿਹਨੂੰ ਬੀਜੇਪੀ ਦੇ 13 ਜਾਣੇ ਬਲਾਤਕਾਰ ਕਰਦੇ ਨੇ, ਉਹਦੇ ਗੁਪਤ ਅੰਗ ਵਿੱਚ ਸਰੀਆ ਪਾ ਕੇ ਪਾੜ ਦਿੱਤਾ ਜਾਂਦਾ ਤੇ ਇਹਨਾਂ ਨੂੰ ਤੁਸੀਂ ਸਰੋਪਾ ਦਿੰਦੇ ਹੋ। ਤੁਸੀਂ ਕਿਹਨਾਂ ਦੀ ਕੈਟਾਗਰੀ ਚੋਂ? ਤੁਸੀਂ ਗਦਾਰ ਹੋ ਕਿ ਤੁਸੀਂ ਧਰਮ ਨਾਲ ਜੁੜੇ ਹੋ? ਜਦੋਂ ਤੁਸੀਂ ਇਹਨਾਂ ਨੂੰ ਗੱਲ ਪੁੱਛੀ आपे तुहाडी गल टिकाने लग जाएगी। गुरु के सिखो, मैं तो जो कहना सी कह दिता। गुरमत विचार करदियां होइयां पुलां दी माफ़ी। किसे दे गोडे लगे, किसे दे गिट्टे लगे, ये गुरु ग्रंथ साहब सच्चे पातशाह दी हजूरी है। इत्थे केवल ते केवल सच बोलना चाहिए है, क्योंकि परमात्मा नूं जान देनी है। मैं झूठ बोल के चलिया जावांगा किन्ना क चिर है। शूगर ने घेरिया है, तुहाडे भी 2.5 सालां दे बच्चिआं नूं शूगर ने घेरिया है, ब्लड प्रेशर ने घेरिया। मैं किसान वीरां नूं भी हत्थ जोड़ के बेनती करां, मोर्चा तुहाडा गुरु ने फतेह कर देना जे। गुरु के सिखो जो मोर्चा फतेह हो गया, तुसी थोड़ी जी डाई घटा दिओ, दवाइयां घटा दिओ, जो कुदरत देवेगी उसे ते गुजारा करियो। दवाइयां पा के गुरु के सिखो डाइयां पा के अपनी पीढ़ी का सत्यानाश ना करिए। आ तुहाडे लागे नेपाल है, 14 ट्रक मोड़े ने, 14 ट्रक खीरियां दे, टमाटरां दे ते हरियां सब्जियां दे। उन्हां वेख्या भी बंदे बीमार क्यों हुंदे ने। जदों उन्हां ने जा करके हैल्थ डिपार्टमेंट नाल गल कीती, सर्वे किया, तो जेडे 18 ट्रक इस भारत देश विचों सब्जी दे गए सन, उन्हां विचों 70% जहर आया। उन्हां पिछां दी पिछां मोड़ दिते। गुरु के सिखो उन्हां ते मोड़ दिते, सानू अगल किदन आवेगी। हथ जोड़ के बेनती है, अपने आप नूं बचाउणा करो, अपनी पैदावार नूं बचाउणा करो, अपनी परीरी नूं बचाउणा करो, तां जो असी हक की गल कर लईए। राजनीति रोटियां कित्थे सेकांगे? जे साडे बच्चे जिणगे तां ही सेकांगे, जे बच्चे ही गर्क हो गए फिर कित्थे सेकांगे। मेरी हथ जोड़ करके बेनती है, गल्लां ते विचार जरूर करियो। गुरमत विचार करदियां होइयां पुल्लां दी माफ़ी। धन्नवाद, तुसीं मन बिरतियां एकागर करके सुनिया। धन्नवाद, कोटन कोट धन्नवाद गुरु ग्रंथ साहब सच्चे पातशाह दा, तुहाडीआं रब वर्गियां सिख संगतां दा, महापुरुषां दा धन्नवाद, मेरे विद्यादाता दा धन्नवाद। महापुरुष बाबा कोला सिंह जी होणां वल्लों फतेह आई है। फतेह गज वज के बुलायो। दीवान हाल विचों इन्नी आवाज़ आउणी चाहीदी है, जिथे मोदी दा आसन लगा आसन ला के रख दिओ। बोले सोनियाल सत श्री अकाल। देख देख फतेह खालसे दी हर मैदान फतेह। वाहिगुरु जी का खालसा, वाहिगुरु जी की फतेह।